ਜੀ ਤੁਹਾਡਾ ਜਿਹੜਾ ਏਰੀਆ ਹੈ ਨਾ, ਉਹ ਉੱਥੋਂ ਦੇ ਜਿਹੜੇ ਆਪਣੇ ਵਿਊਅਰਸ ਨੇ ਉਹ ਇੱਕ ਗੱਲ ਕਹਿੰਦੇ ਨੇ ਵੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਖਾਨੇਵਾਲ ਇਕੁਅਲ ਟੂ ਹਾਂਸੀ। ਮੈਂ ਲਾ ਜੀ ਐਗਜ਼ੈਕਟਲੀ ਸਹੀ ਕਹਿ ਰਹੇ ਹੋ ਵੀ ਖਾਨੇਵਾਲ ਇਕੁਅਲ ਟੂ ਹਾਂਸੀ, ਕਿਉਂਕਿ ਸਾਰਾ ਖਾਨੇਵਾਲ ਇੱਥੇ ਵਸ ਰਿਹਾ ਹੈ। ਤੇ ਉਹ ਮੈਂ ਪਰੇਸ਼ਾਨੀ ਦੇਖੀ ਹੈ ਕਿ ਉਹ ਲੋਕ ਹਮੇਸ਼ਾ ਇੰਡੀਆ ਨੂੰ ਯਾਦ ਕਰਦੇ ਕਰਦੇ ਮਰ ਗਏ, ਫੌਤ ਹੋ ਗਏ, ਲੇਕਿਨ ਉਹ ਇੰਡੀਆ ਜਾ ਨਹੀਂ ਪਾਏ। ਉਹਦੀ ਕਾਫੀ ਸਾਰੀ ਰੀਜ਼ਨ ਨੇ, ਲੇਕਿਨ ਇੱਕ ਚੀਜ਼ ਮੈਂ ਇੱਥੇ ਜ਼ਰੂਰ ਐਡ ਕਰੂੰਗਾ ਕਿ ਮੇਰੀ ਇਹ ख्वाहिश ਹੈ ਕਿ ਮੈਂ ਜ਼ਿੰਦਗੀ 'ਚ ਇੱਕ ਦਫਾ ਮਤਲਬ ਸਪੈਸ਼ਲੀ ਜਿਹੜੀਆਂ ਇੰਡੀਆ ਦੀ 3 ਸਟੇਟਾਂ ਨੇ ਉਹ ਘੁੰਮ ਸਕਾਂ। ਨੰਬਰ 1 ਪੰਜਾਬ, ਹਰਿਆਣਾ ਤੇ ਪਾਰਟਲੀ ਰਾਜਸਥਾਨ ਇਸ ਵਾਸਤੇ ਮੈਂ ਕਹਿ ਰਿਹਾ ਕਿਉਂਕਿ ਰਾਜਸਥਾਨ 'ਚ ਜੋ मतलब एक रॉयल्टी है, एक जो सिस्टम दिखाया गया राजा महाराजा है ना, वो मैं देखना ਰਾਜਾ चाह रहा ਮਹਾਰਾਜਾ। हूँ। मैं ਉਹਨੂੰ ਦੱਸਿਆ ਕਿ ਮੈਂ ਪਾਕਿਸਤਾਨੀ ਹਾਂ ਤੇ ਮੈਂ ਪਰਮਾਨੈਂਟ ਰੈਜ਼ੀਡੈਂਟ ਇੱਥੋਂ। ਉਹਨੇ ਮੈਨੂੰ ਘਰ ਦਿੱਤਾ ਇੰਡੀਅਨ ਨੇ ਰੈਂਟ ਤੇ, ਠੀਕ ਹੈ, ਉਹ ਇੰਡੀਅਨ ਹੈ। ਮੇਰੇ ਨਾਲ ਵਾਲੇ ਫਿਰ ਇੰਡੀਅਨ ਨੇ, ਮੇਰੇ ਆਫਿਸ ਦੇ ਵਿੱਚ ਮਤਲਬ ਕੋ 40-50% ਇੰਡੀਅਨ ਨੇ। ਯਾਰ ਤੁਸੀਂ ਐਜ਼ ਅ ਇੰਡੀਅਨ ਪਾਕਿਸਤਾਨੀ 에ਅਰਪੋਰਟ ਤੇ ਜਾਓ, ਤੁਸੀਂ ਆਪਣਾ ਇੰਡੀਅਨ ਪਾਸਪੋਰਟ ਅੱਗੇ ਕਰੋ, ਉਹ ਤੁਹਾਡਾ ਵੈਲਕਮ ਦੇਖ ਕਿਵੇਂ ਹੁੰਦਾ ਕਿ ਇੱਕ ਇੰਡੀਅਨ ਸਾਡੇ ਕੰਟਰੀ ਦੇ ਵਿੱਚ ਐਜ਼ ਅ ਗੈਸਟ ਆਇਆ, ਔਰ ਕਿਵੇਂ ਹੁੰਦਾ। 22 ਕਰੋੜ ਆਵਾਮ ਇੰਡੀਅਨ ਹੀ ਹੈ ਉੱਥੇ ਹਲੇ ਵੀ, ਜਿਹੜੀ ਕਿ ਇੰਡੀਆ ਤੋਂ ਸੈਪਰੇਟ ਹੋਈ ਹੈ, ਉਹੀ ਜਨਰੇਸ਼ਨ ਚੱਲ ਰਹੀ ਹੈ, ਤੇ ਉਹ ਫਿਰ ਕਲਚਰ ਅਸੀਂ ਕਿਵੇਂ ਚੇਂਜ ਕਰਾਂਗੇ। ਠੀਕ ਹੈ, ਸਾਨੂੰ ਇੱਕ ਸਾਡੀ ਇੱਕ ਨਸਲ ਚਲੀ ਗਈ ਹੈ ਸਟੈਬਲਿਸ਼ ਹੁੰਦੇ ਹੁੰਦੇ, ਠੀਕ ਹੈ। ਬਿਲਕੁਲ। ਅੱਜ ਅਗਰ ਤੁਸੀਂ ਕਹੋ ਨਾ ਕਿ ਅਗਰ 47 ਤੋਂ ਪਹਿਲੇ ਜੋ ਸਾਡੀ ਸਟੈਬਲਿਸ਼ਮੈਂਟ ਸੀਗੀ, ਅੱਜ ਜਿਵੇਂ ਅਸੀਂ ਸਟੈਬਲਿਸ਼ ਸੀਗੇ, ਆਪਣਾ ਨਾ ਤਾਰੁਫ ਕਰਾ ਦਿਓ। माई सेल्फ मोहम्मद मोहसिन जावेद, मैं डिस्ट्रिक्ट खानेवाल, तहसील कबीरवाला, और मेरे गांव का नाम जोधपुर है। और मैं इस टाइम न्यूजीलैंड चा, मैं बेसिकली तो सिविल इंजीनियर हाँ, लेकिन अलॉन्ग विद दैट मैं PhD डॉक्टर भी हाँ। और पुनीत जी मेरे बड़े अच्छे मित्र दोस्त ने, और इन्होंने काफ़ी तकरीबन आलमोस्ट 8-10 साल तो रबता है साडा, बड़ा अच्छा काम कर रहे हैं। और ਅੱਜ ਇਹਨਾਂ ਨੇ ਮੈਨੂੰ ਰਿਕੁਐਸਟ ਕੀਤੀ ਸੀ ਕਿ ਤੁਸੀਂ ਆਓ ਸਾਡੇ ਨਾਲ ਲਾਈਵ ਚੈਟ ਕਰੀਏ, ਅਸੀਂ ਕੁਝ ਮੈਸੇਜ ਦੇ ਦਈਏ। ਮੈਂ ਆਪਣੇ ਆਪ ਨੂੰ ਪਾਕਿਸਤਾਨੀ ਕਹਾਂ ਜਾਂ ਇੰਡੀਅਨ ਕਹਾਂ, ਡਜ਼ਨਟ ਮੇਕ ਡਿਫਰੈਂਟ ਟੂ ਮੀ, ਕਿਉਂਕਿ ਮੈਂ ਮੇਰੇ ਫੋਰ ਫਾਦਰ ਇੰਡੀਆ ਤੋਂ ਬਿਲੋਂਗ ਕਰਦੇ ਸੀ, ਮੈਂ ਬਾਈ ਬਰਥ ਪਾਕਿਸਤਾਨੀ ਹਾਂ, ਔਰ ਮੇਰੇ ਵਾਸਤੇ ਇੰਡੀਆ ਪਾਕਿਸਤਾਨ सिमिलर कंट्री ने, ठीक है। और दूसरे कॉमन मैन तरह मेरी भी एक इच्छा है या ख्वाहिश है, सॉरी अगर मेरी पंजाबी या हिंदी एडी अच्छी नहीं है, कि दोनों कंट्रीज के बॉर्डर खुलन, ठीक है। एक कामन लोग ਜਿਹੜੇ ਹੈ ਨੇ ਉਹ ਬਾਰਡਰ ਦੇ ਉਸ ਪਾਰ ਨੇ ਜਾਂ ਇਸ ਪਾਰ ਨੇ, ਉਹ ਅਪ ਡਾਊਨ ਕਰਨ ਸੁਬਹ ਸ਼ਾਮ ਨਾ। ਮੈਨੂੰ ਆਈ ਸਟਿਲ ਰਿਮੈਂਬਰ ਕਿ ਮੈਂ ਲਾਹੌਰ ਜੌਬ ਕਰ ਰਿਹਾ ਸੀ ਵਾਗਾ ਬਾਰਡਰ ਤੇ ਬਾਰਡਰ ਤੋਂ ਇੱਕ ਬੱਸ ਚੱਲਦੀ ਸੀਗੀ ਜਿਹੜੀ ਕਿ ਮਤਲਬ ਲੋਕਲ ਬੱਸ ਕਹਿ ਸਕਦੇ ਤੁਸੀਂ ਉਹਨੂੰ, ਪੈਸੇਂਜਰ ਲੈ ਕੇ ਜਾਣੇ, ਪੈਸੇਂਜਰ ਲੈ ਕੇ ਆਣੇ ਉਹਨੇ, ਤੇ ਉਹ ਅਸੀਂ ਅਗਰ ਸਿਟੀ ਨੂੰ ਮੂਵ ਕਰਨਾ ਤੇ ਸਾਨੂੰ ਬੱਸ ਯੂਜ਼ ਕਰਨੀ ਪੈਂਦੀ ਸੀ। ਤੇ ਮੈਂ ਉਸ ਬੱਸ 'ਚ ਬੈਠਾ, 2005 ਦੀ ਗੱਲ ਹੈ। ਅਟਲ ਬਿਹਾਰੀ ਵਾਜਪਾਈ ਸਾਹਿਬ ਪ੍ਰਾਈਮ ਮਿਨਿਸਟਰ ਸਨ ਇੰਡੀਆ ਦੇ, ਔਰ ਪਾਕਿਸਤਾਨ ਦੇ ਵਿੱਚ ਜਨਰਲ ਮੁਸ਼ਰਫ ਦੀ ਗਵਰਨਮੈਂਟ ਸੀ। ਤੇ ਉਸ ਟਾਈਮ ਮੈਨੂੰ ਕਾਫੀ, ਮੈਂ ਦੇਖਿਆ ਕਿ ਸਿਮਿਲਰ ਬੰਦੇ ਸੀ, ਪਾਕਿਸਤਾਨੀ ਸੀਗੇ ਮੇਰੇ ਹਿਸਾਬ ਨਾਲ, ਉਹ ਪਾਕਿਸਤਾਨੀ ਸੀਗੇ, ਮੈਂ ਕਿਉਂਕਿ ਨਹੀਂ ਪਹਿਚਾਣਿਆ ਉਹਨਾਂ ਨੂੰ। ਤੇ ਐਵੇਂ ਬੈਠੇ ਬੈਠੇ ਗੱਪ ਹੋ ਗਈ, ਤੇ ਉਹ ਮੈਨੂੰ ਦੱਸ ਰਹੇ ਕਿ ਜੇ ਅਸੀਂ ਇੰਡੀਅਨ ਆ, ਓਕੇ, ਅਗਰ ਸਰਦਾਰ ਜੀ ਨੇ ਤੇ ਪੱਗ ਬੰਨੀ ਹੋਈ ਹੈ ਤੇ ਬੰਦਾ ਰਿਕੋਗਨਾਈਜ਼ ਕਰ ਲੈਂਦਾ ਕਿ ਯਾਰ ਇਹ ਸਰਦਾਰ ਜੀ ਹੈ ਤੇ ਡੈਫੀਨਿਟਲੀ ਇੰਡੀਅਨ ਹੋਣਾ। ਲੇਕਿਨ ਸਰਦਾਰ ਜੀ ਪਾਕਿਸਤਾਨ 'ਚ ਵੀ ਬਹੁਤ ਜ਼ਿਆਦਾ ਨੇ, ਲੇਕਿਨ ਉਹ ਨਾਰਮਲ ਜਿਹੇ ਬੰਦੇ ਸੀਗੇ ਸਾਡੇ ਤਰ੍ਹਾਂ। ਮੈਂ ਕਿਹਾ ਤੁਸੀਂ ਕੀ ਕਰਨਾ, ਮਤਲਬ ਮੈਂ ਵੈਸੇ ਪੁੱਛ ਲਿਆ ਕਿ ਜੀ ਤੁਸੀਂ ਕਿੱਧਰ ਆਏ ਹੋ। ਉਹ ਕਹਿੰਦੇ ਯਾਰ ਅਸੀਂ ਨਾ ਸੁਬਾਹ ਮਤਲਬ ਇੱਥੋਂ ਸਮਾਨ ਲਾਹੌਰ ਤੋਂ ਲੈ ਕੇ ਵਾਪਸ ਜਾਣਾ ਬਾਰਡਰ, ਮਤਲਬ ਇੰਡੀਆ 'ਚ ਲੈ ਕੇ ਜਾਣਾ। ਮੈਂ ਉਹਨਾਂ ਨੂੰ ਪੁੱਛਿਆ ਕੀ ਲੈ ਕੇ ਜਾਂਦੇ, ਉਹਨਾਂ ਨੇ ਕਿਹਾ ਜੀ ਅਸੀਂ ਇੱਥੋਂ ਕੱਪੜੇ ਔਰ ਜੁੱਤੀਆਂ ਲਾਹੌਰ 'ਚ, ਤੇ ਮੈਂ ਇਹੋ ਜਿਹੀਆਂ ਚੀਜ਼ਾਂ ਸਨ। ਤੇ ਬਾਕੀ ਜਿਹੜਾ ਹੈ ਨਾ, ਮੈਂ ਕਿਹਾ ਉੱਥੋਂ ਕੀ ਲੈ ਕੇ ਆਉਂਦੇ ਹੋ। ਉਹ ਕਹਿੰਦੇ ਜੀ ਉੱਥੋਂ ਅਸੀਂ ਜਿਹੜਾ ਹੈ ਨਾ ਮੋਸਟਲੀ ਸਾਡਾ ਵੈਜੀਟੇਬਲਸ ਵਗੈਰਾ ਇੱਥੇ ਹੁੰਦੀ ਹੈ, ਲੇਕਿਨ ਹਰ ਬੰਦੇ ਦਾ ਇੱਕ ਆਪਣਾ ਸੀਗਾ। ਫਿਰ ਮੈਂ ਉੱਥੇ ਆਲਮੋਸਟ 4 ਮਹੀਨੇ ਸਟੇ ਕੀਤਾ ਬਾਰਡਰ ਏਰੀਏ 'ਚ। ਫਿਰ ਮੇਰਾ ਟਰਾਂਸਫਰ ਕਰਵਾ ਲਿਆ ਕੋਟਅਦੂ, ਉੱਥੇ ਕੰਪਨੀ ਨੇ ਮੈਨੂੰ ਟਰਾਂਸਫਰ ਕਰ ਛੱਡਿਆ। ਤੇ ਮੈਂ ਫਿਰ ਉਸ ਏਰੀਏ 'ਚ ਮੈਂ ਮੋਸਟਲੀ ਜਿਹੜਾ ਹੈ ਨਾ ਸ਼ਾਮ ਨੂੰ ਅਸੀਂ ਨਿਕਲਣਾ ਸਿਟੀ ਵਾਲੀ ਸਾਈਡ 'ਤੇ ਲਾਹੌਰ, ਤੇ ਮੈਨੂੰ ਇੰਡੀਅਨ ਦੀ ਬੱਸ ਭਰੀ ਮਿਲਦੀ ਸੀ, ਉਹਦੇ ਵਿੱਚ ਮੈਜੋਰਟੀ ਜਿਹੜੀ ਬੱਸ ਬਾਰਡਰ ਤੋਂ ਜਾ ਰਹੀ ਸੀ ਸਿਟੀ ਵੱਲ ਇੰਡੀਅਨ ਸਨ, ਪਾਕਿਸਤਾਨੀ ਹਾਰਡਲੀ ਹੋਣੇ ਲੇਕਿਨ ਇੰਡੀਅਨ ਜ਼ਿਆਦਾ ਹੁੰਦੇ ਸਨ। ਤੇ ਇਸੇ ਤਰ੍ਹਾਂ ਹੀ ਮੈਂ ਕਦੇ ਕਦੇ ਅੱਜ ਮੈਂ ਹੁਣ ਮੇਰੀ ਤੁਹਾਡੇ ਨਾਲ ਡਿਸਕਸ਼ਨ ਹੁੰਦੀ ਹੈ, ਮੈਂ ਸੋਚਦਾ ਯਾਰ ਇੰਡੀਅਨ ਮੀਡੀਆ ਮੈਂ ਜਦੋਂ ਵੀ TV ਔਨ ਕੀਤਾ, ਹੁਣ ਇਹ ਕਹਿਣਾ ਕਿ ਜੀ ਅਸੀਂ ਸਾਡੀ ਇੰਡੀਆ ਨਾਲ ਮੁਖਾਲਫਤ ਹੈ ਜਾਂ ਮਤਲਬ ਕੱਟਰਪੰਥੀ ਹੈ ਕਿ ਅਸੀਂ ਇੰਡੀਆ ਨੂੰ ਲਾਈਕ ਨਹੀਂ ਕਰਦੇ, ਨਹੀਂ, ਗਲਤ ਗੱਲ ਹੈ। ਪਾਕਿਸਤਾਨ ਦੇ ਵਿੱਚ ਮੈਂ ਹੁਣ
ਆਪਣਾ ਵਿਊ ਹੈ ਮੇਰਾ ਕਿ ਮੋਰ ਦੈਨ 80% ਘਰਾਂ ਦੇ ਵਿੱਚ ਜਿੱਥੇ ਟੀਵੀ ਹੈ, ਹਰ ਘਰ ਦੇ ਵਿੱਚ ਕੇਬਲ ਲੱਗੀ ਔਰ ਇੰਡੀਅਨ ਚੈਨਲ ਉਹਦੇ ਤੇ ਚੱਲ ਰਹੇ ਨੇ। ਠੀਕ ਹੈ, ਇੰਡੀਅਨ ਮੂਵੀਜ਼ ਦੇਖੀ ਜਾ ਰਹੀਆਂ ਨੇ। ਠੀਕ ਹੈ, ਤੇ ਇਸੇ ਤਰ੍ਹਾਂ ਮੈਂ ਵੀ ਮਤਲਬ ਮੈਂ ਹੁਣ 15-16 ਸਾਲ ਤੋਂ ਆਊਟ ਆਫ ਕੰਟਰੀ ਹਾਂ ਔਰ ਮੈਂ ਇੰਡੀਅਨ ਚੈਨਲ ਦੇਖ ਰਿਹਾ। ਅੱਗੇ ਵੀ ਤੁਹਾਡੇ ਨਾਲ ਡਿਸਕਸ ਕੀਤੀ ਸੀ ਕਿ ਮੈਂ ਇੱਕ ਦਿਨ ਪੜ੍ਹ ਰਿਹਾ ਸੀ ਕਿ ਰਤਨ ਟਾਟਾ ਆਪਣੇ ਕਿਸੇ ਐਕਸ ਇੰਪਲੋਈ ਦੇ ਘਰ ਗਏ ਤੇ ਉਹ ਥੱਲੇ ਕਿਸੇ ਨੇ ਸ਼ੇਅਰ ਕੀਤਾ ਸੀ ਕਿ ਰਤਨ ਟਾਟਾ ਦੀ ਜਿਹੜੀ ਟੋਟਲ ਪ੍ਰਾਪਰਟੀ ਹੈ ਉਹ $103 ਬਿਲੀਅਨ ਦੀ ਹੈ। ਹੁਣ ਰਤਨ ਟਾਟਾ ਇੱਕ ਮੇਰਾ ਖਿਆਲ ਹੈ ਕੋਈ ਚੌਥਾ ਪੰਜਵਾਂ ਅਮੀਰ ਬੰਦਾ ਇੰਡੀਆ ਦੇ ਵਿੱਚ ਨਾ, ਉਸ ਤੋਂ ਜ਼ਿਆਦਾ ਅੰਬਾਨੀ ਹੈ ਜਾਂ ਮਿੱਤਲ ਹੈ। ਹੁਣ ਅਗਰ ਰਤਨ ਟਾਟਾ ਦੀ $103 ਬਿਲੀਅਨ ਪ੍ਰਾਪਰਟੀ ਹੈ, ਇਮੈਜਿਨ ਕਿ ਅੰਬਾਨੀ ਦੀ ਕਿੰਨੀ ਹੋਣੀ ਜਾਂ ਦੂਸਰੇ ਲੋਕਾਂ ਦੀ ਕਿੰਨੀ ਹੋਣੀ। ਹੁਣ ਮੈਂ ਐਜ਼ ਅ ਪਾਕਿਸਤਾਨੀ ਇੱਕ ਚੀਜ਼ ਨਾਲ ਬਿਲਕੁਲ ਐਗਰੀ ਕਰੂੰਗਾ, ਐਂਡ ਜਿੰਨੇ ਵੀ ਮੇਰੇ ਇੰਡੀਅਨ ਫਰੈਂਡਸ ਨੇ, ਮੇਰਾ ਇੰਡੀਅਨ ਨਾਲ ਵਾਸਤਾ ਜਦੋਂ ਦਾ ਮੈਂ ਬਾਹਰ ਆਇਆ ਮੈਂ ਇੰਡੀਅਨ ਨਾਲ ਹੀ ਲਾਈਫ ਸਪੈਂਡ ਕਰ ਰਿਹਾ ਹਾਂ, ਕਿਉਂਕਿ ਇੰਡੀਅਨ ਮੈਜੋਰਿਟੀ ਚ ਨੇ ਹਰ ਜਗ੍ਹਾ ਤੇ, ਆਫਿਸ ਵਿੱਚ ਹਰ ਜਗ੍ਹਾ ਤੇ। ਹੁਣ ਮੈਂ ਆਪਣੇ ਇੰਡੀਅਨ ਫਰੈਂਡਸ ਨਾਲ ਇੱਕ ਹੀ ਸਵਾਲ ਕਰ ਮੈਂ ਪਹਿਲੇ ਸਾਰੇ ਵੇਖਣ ਵਾਲਿਆਂ ਨੂੰ ਦੱਸ ਦਿਆਂ ਕਿ ਆਪਣੀ ਤੁਹਾਡੇ ਬਾਰੇ ਕਿ ਤੁਸੀਂ ਪੜ੍ਹੇ ਖੇਡੇ ਜੋਧਪੁਰ, ਉਸ ਤੋਂ ਬਾਅਦ ਜੋਬ ਕੀਤੀ ਕਤਰ। ਮੈਂ ਸਭ ਤੋਂ ਮੈਂ ਬੋਰਨ ਐਂਡ ਬ੍ਰੌਟ ਅਪ ਜੋਧਪੁਰ ਤੋਂ, ਬਲਕਿ ਜੋਧਪੁਰ ਹਾਈ ਸਕੂਲ 'ਚ ਮੈਂ ਮੈਟ੍ਰਿਕ ਕੀਤੀ। ਫਿਰ ਮੈਂ ਮੁਲਤਾਨ ਮਤਲਬ ਆਪਣੀ ਜਿਹੜੀ ਇੰਜੀਨੀਅਰਿੰਗ ਦੀ ਐਜੂਕੇਸ਼ਨ ਆ ਮੁਲਤਾਨ ਤੋਂ ਲਈ ਹੈ, ਕਿਉਂਕਿ ਸਾਨੂੰ ਮੇਨ ਮੁਲਤਾਨ ਜੋਧਪੁਰ ਤੋਂ 60 ਕਿਲੋਮੀਟਰ ਹੈ ਔਰ ਡਿਸਟ੍ਰਿਕਟ ਖਾਨੇਵਾਲ ਤਕਰੀਬਨ ਕੋਈ 20 to 25 ਕਿਲੋਮੀਟਰ ਬਣ ਜਾਂਦਾ। ਮਖਦੂਮਪੁਰ ਹਾਰਡਲੀ 4 ਕਿਲੋਮੀਟਰ ਹੈ। ਠੀਕ ਹੈ, ਫਿਰ 5 ਕੱਸੀ, ਤੁਹਾਡੇ ਇੰਟਰਵਿਊਜ਼ ਵਗੈਰਾ ਕਾਫੀ ਆਏ ਨੇ, 5 ਕੱਸੀ ਤੋਂ ਆਏ, ਮੁੱਲਾਪੁਰ ਤੋਂ ਆਏ, ਸਰਦਾਰਪੁਰ ਤੋਂ ਆਏ, ਇਹ ਸਾਰੇ ਜੋਧਪੁਰ। ਜੀ, ਤੁਹਾਡਾ ਜਿਹੜਾ ਏਰੀਆ ਹੈ ਨਾ, ਉਹ ਉੱਥੋਂ ਦੇ ਜਿਹੜੇ ਆਪਣੇ ਵਿਊਅਰਸ ਨੇ ਉਹ ਇੱਕ ਗੱਲ ਕਹਿੰਦੇ ਨੇ ਵੀ ਸਾਨੂੰ ਤਾਂ ਸਮਝ ਨਹੀਂ ਆਉਂਦੀ ਕਿ ਖਾਨੇਵਾਲ ਇਕੁਅਲ ਟੂ ਹਾਂਸੀ। ਮੈਂ ਲਾ ਜੀ ਐਗਜ਼ੈਕਟਲੀ ਸਹੀ ਕਹਿ ਰਹੇ ਹੋ ਵੀ ਖਾਨੇਵਾਲ ਇਕੁਅਲ ਟੂ ਹਾਂਸੀ, ਕਿਉਂਕਿ ਸਾਰਾ ਖਾਨੇਵਾਲ ਇੱਥੇ ਵਸ ਰਿਹਾ ਹੈ। ਮੈਂ ਕ੍ਰਿਸ਼ਵ ਜੀ ਤੁਹਾਡੇ ਨਾਲ ਮੇਰਾ ਰਾਬਤਾ ਹੋਇਆ ਸੀ ਜਦੋਂ ਮੈਂ ਕਤਰ ਸੀਗਾ। ਫਿਰ ਅੱਛਾ ਮੈਂ ਖੈਰ ਆਪਣਾ ਤੁਹਾਨੂੰ ਇੰਟਰੋਡਕਸ਼ਨ ਦੇਵਾਂ, ਫਿਰ ਮੈਂ ਆਪਣੀ ਜੌਬ ਸਟਾਰਟ ਕੀਤੀ। ਮੈਂ ਪਾਕਿਸਤਾਨ ਦੇ ਡਿਫਰੈਂਟ ਏਰੀਆਜ਼ 'ਚ ਜੌਬ ਕੀਤੀ, ਜਿਵੇਂ ਮੈਂ ਕੋਟਕਪੂਰ ਜੌਬ ਕੀਤੀ ਜਿਹੜਾ ਕਿ ਮਿਲਖਾ ਸਿੰਘ ਜਿੱਥੇ ਪੈਦਾ ਹੋਏ ਸੀਗੇ ਨਾ, ਬਲਕਿ ਮੈਂ ਮਿਲਖਾ ਸਿੰਘ ਦੇ ਪਿੰਡ, ਜਿਹੜਾ ਮਿਲਖਾ ਸਿੰਘ ਇੱਕ ਐਥਲੀਟ ਸੀ ਇੰਡੀਅਨ ਨਾ, ਤੇ ਮਿਲਖਾ ਸਿੰਘ ਦੇ ਪਿੰਡ ਮੈਂ ਕਈ ਵਾਰੀ ਕ੍ਰਿਕਟ ਮੈਚ ਖੇਲਣ ਗਿਆ, ਮਤਲਬ ਜਦੋਂ ਮੈਂ ਉੱਥੇ ਜੌਬ ਕਰ ਰਿਹਾ ਸੀ। ਕੋਟਕਪੂਰ ਦੇ ਨਾਲ ਹੀ ਉਹਨਾਂ ਦਾ ਪਿੰਡ ਜਿਹੜਾ ਉਹਨਾਂ ਨੇ ਦੱਸਿਆ ਸੀ, ਉੱਥੇ ਦਾਇਰਾ ਦੀਨਪੁਰਾ ਦਾ ਤੁਸੀਂ ਇੰਟਰਵਿਊ ਕੀਤਾ, ਦਾਇਰਾ ਦੀਨਪੁਰਾ ਦੇ ਕੋਲ ਅਸੀਂ ਰਹਿ ਰਹੇ ਸੀ, ਹਾਰਡਲੀ 1 ਕਿਲੋਮੀਟਰ ਸੀ ਦਾਇਰਾ ਦੀਨਪੁਰਾ ਸਾਡੇ ਜਿੱਥੇ ਸਾਡਾ ਪ੍ਰੋਜੈਕਟ ਚੱਲ ਰਿਹਾ ਸੀ। ਉਸ ਤੋਂ ਬਾਅਦ ਜਿਹੜਾ ਹੈ ਨਾ ਫਿਰ ਮੈਂ ਉੱਥੋਂ ਆਇਆ ਅਬੂ ਧਾਬੀ ਦੁਬਈ ਰਿਹਾ ਮੈਂ 5 ਸਾਲ ਰਿਹਾ। ਫਿਰ ਮੈਂ 9 ਸਾਲ ਮੈਂ ਕਤਰ ਰਿਹਾ। ਫਿਰ ਮੈਨੂੰ ਪਰਮਾਨੈਂਟ ਰੈਜ਼ੀਡੈਂਸੀ ਮਿਲੀ, ਮੈਂ ਇੱਥੇ ਆ ਗਿਆ। ਅੱਜ ਕੱਲ੍ਹ ਮੈਂ ਇੱਥੇ ਵਾਟਰ ਕੇਅਰ ਡਿਪਾਰਟਮੈਂਟ 'ਚ ਕੰਮ ਕਰ ਰਿਹਾ, ਨਿਊਜ਼ੀਲੈਂਡ ਦੇ ਵਾਟਰ ਕੇਅਰ ਡਿਪਾਰਟਮੈਂਟ, ਜਿਹਨੂੰ ਨਾਰਮਲੀ ਪਾਕਿਸਤਾਨ 'ਚ ਵਾਪਡਾ ਕਹਿ ਦਿੰਦੇ ਆ ਜਾਂ ਇੰਡੀਆ ਦੇ ਵਿੱਚ ਬਿਜਲੀ ਬੋਰਡ ਕਹਿ ਦਿੰਦੇ ਆ। ਅੱਛਾ, ਬਿਜਲੀ ਬੋਰਡ। ਮੈਂ ਸਮਝਦਾ ਸੀ ਕਿ ਵਾਟਰ ਡਿਪਾਰਟਮੈਂਟ ਜਿਹੜਾ ਹੈ ਨਾ ਉਹ ਸਾਡੇ ਇੱਥੇ ਇਰੀਗੇਸ਼ਨ ਡਿਪਾਰਟਮੈਂਟ ਨੂੰ ਕਹਿੰਦੇ ਨੇ, ਕਿਉਂਕਿ ਇਰੀਗੇਸ਼ਨ ਜਿਹੜਾ ਪਾਕਿਸਤਾਨ ਦੇ ਵਿੱਚ ਨਾ ਕਹਿੰਦੇ ਵਾਟਰ ਐਂਡ ਪਾਵਰ ਡਿਵੈਲਪਮੈਂਟ ਅਥਾਰਟੀ ਵਾਪਡਾ ਕਹਿ ਦਿੰਦੇ ਆ। ਬਿਜਲੀ ਬੋਰਡ ਜਿਹੜਾ ਵਾਟਰ ਹੈ ਨਾ ਉਹ ਬਿਜਲੀ ਬੋਰਡ ਦੇ ਅੰਡਰ ਆਉਂਦਾ ਵਾ, ਈਵਨ ਇੰਡੀਆ 'ਚ ਵੀ। ਅਗਰ ਤੁਸੀਂ ਇਹ ਬ੍ਰਿਟਿਸ਼ ਐਸਟੈਬਲਿਸ਼ਮੈਂਟ ਹੈ ਨਾ ਸਾਰੀ ਇੰਡੀਆ 'ਚ ਕੀ ਹੈ ਕਿ ਜਿਹੜਾ ਵਾਟਰ ਡਿਵੈਲਪਮੈਂਟ ਦਾ ਉਹ ਹੈ ਨਾ, ਜਿੱਥੇ ਪ੍ਰੋਜੈਕਟ ਪਾਵਰ ਦੇ ਲੱਗੇ ਨੇ ਉਹ ਸੈਪਰੇਟ ਡਿਪਾਰਟਮੈਂਟ ਹੈ, ਉਹ ਆਪਣਾ ਜਿਹੜੀ ਪਾਵਰ ਪ੍ਰੋਡਿਊਸ ਕਰਕੇ ਦੂਜੇ ਡਿਪਾਰਟਮੈਂਟ ਨੂੰ ਟ੍ਰਾਂਸਫਰ ਕਰ ਦਿੰਦੀ ਹੈ। ਉਹ ਪ੍ਰੋਡਿਊਸ ਡਿਪਾਰਟਮੈਂਟ ਵਾਕਈ ਇਰੀਗੇਸ਼ਨ ਪਾਕਿਸਤਾਨ 'ਚ ਵੀ ਸੈਪਰੇਟ ਹੈ, ਇਲੈਕਟ੍ਰਿਸਿਟੀ ਪਾਕਿਸਤਾਨ 'ਚ ਵੀ ਸੈਪਰੇਟ ਹੈ, ਲੇਕਿਨ ਇਹਨਾਂ ਨੂੰ ਓਵਰਆਲ ਕੰਟਰੋਲ ਕਰਨ ਵਾਸਤੇ ਇੱਕ ਅਥਾਰਟੀ ਹੈ। ਲੇਕਿਨ ਇੱਕ ਚੀਜ਼ ਮੈਂ ਇੱਥੇ ਜ਼ਰੂਰ ਐਡ ਕਰੂੰਗਾ ਕਿ ਮੇਰੀ ਇਹ ਖਾਹਿਸ਼ ਹੈ ਕਿ ਮੈਂ ਜ਼ਿੰਦਗੀ 'ਚ ਇੱਕ ਦਫਾ ਮਤਲਬ ਸਪੈਸ਼ਲੀ ਜਿਹੜੀਆਂ ਇੰਡੀਆ ਦੀ 3 ਸਟੇਟਾਂ ਨੇ ਉਹ ਘੁੰਮ ਸਕਾਂ। ਨੰਬਰ 1 ਪੰਜਾਬ, ਹਰਿਆਣਾ ਤੇ ਪਾਰਟਲੀ ਰਾਜਸਥਾਨ ਇਸ ਵਾਸਤੇ ਮੈਂ ਕਹਿ ਰਿਹਾ ਕਿਉਂਕਿ ਰਾਜਸਥਾਨ 'ਚ ਜੋ ਮਤਲਬ ਇੱਕ ਰਾਇਲਟੀ ਹੈ, ਇੱਕ ਜੋ ਸਿਸਟਮ ਦਿਖਾਇਆ ਗਿਆ ਰਾਜਾ ਮਹਾਰਾਜਾ, ਉਹ ਮੈਂ ਦੇਖਣਾ ਚਾਹ ਰਿਹਾ ਕਿ ਕਿਵੇਂ ਹੁੰਦਾ। ਹਾਂਜੀ, ਪਾਕਿਸਤਾਨ 'ਚ ਵੀ ਇੱਕ ਜਗ੍ਹਾ ਹੈ ਜਿਹੜੇ ਜਿੱਥੇ ਹਿੰਦੂ ਕਮਿਊਨਿਟੀ ਹੈ। ਜ਼ਿਆਦਾ ਨਹੀਂ ਪਤਾ, ਲੇਕਿਨ ਉਰਦੂ ਵਿੱਚ ਉਹਨੂੰ ਕਹਿੰਦੇ ਨੇ ਨਾ ਆਮੀਨ। ਆਮੀਨ, 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 ਆਮੀਨ। ਆਮੀਨ ਦਾ ਮਤਲਬ ਹੈ ਕਿ ਅੱਲਾ ਕਬੂਲ ਫਰਮਾਏ, ਮਤਲਬ ਠੀਕ ਹੈ, ਅੱਲਾ ਮਤਲਬ ਤੁਹਾਡੀ ਦਿਲੀ ਮੁਰਾਦ ਕਬੂਲ ਹੋ ਜਾਵੇ ਬਸ। ਉਰਦੂ ਜਾਂ ਹਿੰਦੀ ਸੇਮ ਹੈ। ਮੈਂ ਆਈ ਕਲੀਅਰਲੀ ਰਿਮੈਂਬਰ ਕਿ ਮੈਂ ਨਾ ਇੱਕ ਮੂਵੀ ਦੇਖ ਰਿਹਾ ਸੀ ਅਜੇ ਦੇਵਗਨ ਦੀ ਤੇ ਉਹਦੀ ਸੰਜੇ ਦੱਤ ਦੀ, ਉਦੋਂ ਮੈਂ ਛੋਟਾ ਹੀ ਸੀ। ਉਹ ਸੰਜੇ ਦੱਤ ਉਹਨੂੰ ਪੁੱਛਿਆ ਤੈਨੂੰ ਹਿੰਦੀ ਨਹੀਂ ਆਉਂਦੀ? ਮੈਂ ਸਮਝਦਾ ਸੀ ਹਿੰਦੀ ਪਤਾ ਨਹੀਂ ਕੋਈ ਹੋਰ ਲੈਂਗੁਏਜ ਹੈ। ਉਹ ਸਲੋਲੀ ਮੈਨੂੰ ਪਤਾ ਚੱਲਿਆ ਕਿ ਜਿਹੜੀ ਮੂਵੀ ਹੈ ਹਿੰਦੀ ਹੈ, ਲੇਕਿਨ ਅਗਰ ਸ਼ੁੱਧ ਹਿੰਦੀ ਦੀ ਤੁਸੀਂ ਗੱਲ ਕਰੋ ਜੋ ਕਿ
ਕਦੇ ਰਿਟਰਨ ਚ ਆਉਂਦੀ ਹੈ ਨਾ, ਕਿਉਂਕਿ ਮੈਂ ਕੁਛ ਕਤਰ ਜਾਂ UAE ਰਿਹਾ ਨਾ, ਉੱਥੇ ਮੈਜੋਰਟੀ ਇੰਡੀਅਨ ਦੀ ਸੀਗੀ। ਉਹ ਫਿਰ ਅਗਰ ਕੋਈ ਵੀ ਬਲੂਟਨ ਦੇਣਾ ਸੇਫਟੀ ਦਾ ਜਾਂ ਕਿਸੇ ਚੀਜ਼ ਦਾ ਵੀ, ਉਹ ਲੇਬਰ ਹੁਣ ਕੋਈ ਇੰਗਲਿਸ਼ ਨਹੀਂ ਵੀ ਜਾਣਦੀ ਸੀ, ਜਿਹੜੀ ਇੰਡੀਅਨ ਲੇਬਰ ਹੈ ਜਾਂ ਨੇਪਾਲੀ ਸਨ, ਤੇ ਉਹਨਾਂ ਨੂੰ ਫਿਰ ਉਹ ਹਿੰਦੀ ਟਰਾਂਸਲੇਟ ਕਰਕੇ ਦਿੰਦੇ ਸੀ। ਉਹ ਫਿਰ ਸ਼ੁੱਧ ਹਿੰਦੀ ਚ ਟਰਾਂਸਲੇਸ਼ਨ ਹੁੰਦੀ ਸੀਗੀ। ਠੀਕ, ਉਹ ਫਿਰ ਮੈਂ ਤਾਂ ਇੰਟਾਇਰਲੀ ਡਿਫਰੈਂਟ ਲੱਗਦਾ ਸੀ। ਨਹੀਂ, ਜਦੋਂ ਕਰਤਾਰਪੁਰ ਗਿਆ ਸੀ ਨਾ, ਹੁਣ ਜਿਹੜੀ ਨਵੀਂ ਜਨਰੇਸ਼ਨ ਹੈ, ਉੱਥੇ ਮੈਨੂੰ ਹੂੰ, ਕੋਈ ਲਾਹੌਰ ਦੀ ਪੜਨ ਵਾਲੀਆਂ 3-4 ਸਟੂਡੈਂਟਸ ਤੇ ਲੜਕੇ ਲੜਕੀਆਂ ਦੋਨੋਂ ਸਨ। ਉਹਨੇ मिले तो मैं हम्म, उन्होंने गल कर रहा, वो हैरान हुए, कहते जी आप हमारी वाली भाषा कैसे बोल रहे हो। मैंने कहा नहीं तो आप नहीं हरियाणवी बोलते। बोल रहे थे। नहीं, मैं हिंदी बोल रहा थी। वो कहते जी हम और उर्दू कैसे बोल लेते हैं इतनी अच्छी। मैंने कहा जी उर्दू और हिंदी बोलने में सिमिलर है, कुछ शब्दों का हेर फेर है। कहते मैं तो हैरान हूँ आपको नहीं, सुन के कि आप उर्दू कैसे बोल रहे हो। हाँ, ਹੁਣ ਮੈਂ ਤੁਹਾਨੂੰ ਦੱਸਾਂ ਕਿ ਜਿਹੜੀ ਤੁਸੀਂ ਹੁਣ ਜਿਵੇਂ ਕਿ ਤੁਸੀਂ ਬਿਹਾਰੀ ਲੋਕ ਨੇ ਜਿਹੜੇ ਇੰਡੀਅਨ ਸਟੇਟ ਆ ਬਿਹਾਰ ਜਾਂ ਇੰਟੀਰੀਅਰ ਯੂਪੀ ਫਾਰ ਅਵੇ ਚਲੇ ਜਾਓ ਨਾ, ਜਿੱਥੇ ਪਿਓਰਲੀ ਉਰਦੂ ਜਿਹੜੀ ਹੈ ਗੰਗਾ ਜਮਨੀ ਜ਼ਬਾਨ ਇਹਨੂੰ ਓਰੀਜਨਲੀ ਕਿਹਾ ਜਾਂਦਾ ਨਾ, ਕਿਉਂਕਿ ਗੰਗਾ ਜਮਨਾ ਰਿਵਰ ਦੇ ਉੱਤੇ ਜਿੰਨੇ ਵੀ ਏਰੀਆਜ਼ ਨੇ ਉੱਥੇ ਉਰਦੂ, ਉੱਥੋਂ ਉਰਦੂ ਡਰਾਈਵ ਕੀਤੀ ਗਈ, ਉੱਥੇ ਉਰਦੂ ਨਿਕਲੀ ਹੈ। ਜਿਵੇਂ ਲਖਨਊ, ਇਲਾਹਾਬਾਦ, ਅਲੀਗੜ੍ਹ, ਇਹ ਸਾਰੇ ਏਰੀਏ ਉਰਦੂ ਇੱਥੋਂ ਸ਼ੁਰੂ ਹੋਈ। ਠੀਕ ਹੈ, ਤੇ ਜਿਹੜੀ ਹਿੰਦੀ ਹੈ ਉਹ ਵੀ ਹਿੰਦੀ ਵੀ ਜਿਹੜੀ ਓਰੀਜਨਲੀ ਜਿਵੇਂ ਹਰਿਆਣਾ ਹਿੰਦੀ ਮੀਡੀਅਮ ਪੜ੍ਹਾਈ ਜਾਂਦੀ, ਪੰਜਾਬ ਪੰਜਾਬੀ ਮੀਡੀਅਮ ਪੜ੍ਹਾਈ ਜਾਂਦੀ, ਤੇ ਜਿਹੜੀ ਸ਼ੁੱਧ ਹਿੰਦੀ ਤੁਸੀਂ ਬੋਲੋਗੇ ਉਹ ਮਾਈਟ ਵੀ ਸਾਨੂੰ ਸਮਝ ਨਾ ਆਵੇ, ਲੇਕਿਨ ਜੋ ਤੁਸੀਂ ਆਪਾਂ ਨਾਰਮਲ ਗੱਲ, ਤੁਸੀਂ ਮੂਵੀਜ਼ ਦੀ ਗੱਲ ਕਰੋ ਨਾ, ਮੂਵੀਜ਼ ਐਗਜ਼ੈਕਟਲੀ ਉਰਦੂ ਚ ਨੇ। ਲੇਕਿਨ ਉਰਦੂ ਦਾ ਮੈਂ ਤੁਹਾਨੂੰ ਇੱਕ ਤੁਹਾਡੀ ਨੌਲੇਜ 'ਚ ਇਜ਼ਾਫਾ ਕਰਾਂ, ਉਰਦੂ ਜਿਹੜੀ ਹੈ ਨਾ ਕੋਈ ਪ੍ਰੋਪਰ ਲੈਂਗੁਏਜ ਨਹੀਂ ਹੈ। ਉਰਦੂ ਦਾ ਕੋਈ ਪ੍ਰੋਪਰ ਐਗਜ਼ਿਸਟੈਂਸ ਨਹੀਂ ਹੈ, ਜਿਵੇਂ ਕਿ ਹਿੰਦੀ ਸੈਂਸਕ੍ਰਿਟ ਤੋਂ ਬਣੀ ਹੋਈ ਹੈ ਨਾ। ਉਰਦੂ 'ਚ ਤੁਹਾਨੂੰ ਉਰਦੂ ਬੇਸਿਕਲੀ ਅਰੈਬਿਕ ਡਰਾਈਵ ਹੈ। ਠੀਕ ਹੈ, ਅਰੈਬਿਕ ਤੋਂ ਬਾਅਦ ਇਹਦੇ ਵਿੱਚ ਕੁਛ ਨੇ ਪਰਸ਼ੀਅਨ ਹੈ, ਫਿਰ ਉਸ ਤੋਂ ਬਾਅਦ ਤੁਹਾਨੂੰ ਮਿਲੇਗੀ ਹਿੰਦੀ ਮਿਲੇਗੀ ਇਹਦੇ ਵਿੱਚ, ਉਸ ਤੋਂ ਬਾਅਦ ਇੰਗਲਿਸ਼ ਮਿਲੇਗੀ। ਇਸ ਤਰ੍ਹਾਂ 5-6 ਸੈਂਸਕ੍ਰਿਟ ਮਿਲੇਗੀ। ਉਸ ਤੋਂ 5 ਜਾਂ 6 ਜਾਂ 7 ਇਹਨੂੰ ਕਹਿੰਦੇ ਲਸ਼ਕਰੀ ਜ਼ਬਾਨ, ਇਹਨੂੰ ਕਹਿ ਦਿੰਦੇ ਉਰਦੂ ਇੱਕ ਲਸ਼ਕਰੀ ਜ਼ਬਾਨ ਆ। ਠੀਕ ਹੈ, ਲਸ਼ਕਰ ਮੀਨ ਇੱਕ ਫੌਜ, ਮਤਲਬ ਲਸ਼ਕਰ ਕਹਿ ਦਿੰਦੇ ਸੀ ਇੱਕ ਆਰਮੀ ਨੂੰ, ਬੜੀ ਆਰਮੀ, ਇੱਕ ਬਟਾਲੀਅਨ ਨੂੰ ਲਸ਼ਕਰ ਕਹਿ ਦਿੰਦੇ ਉਰਦੂ 'ਚ। ਤੇ ਲਸ਼ਕਰੀ ਜ਼ਬਾਨ ਦਾ ਮਤਲਬ ਹੈ ਕਿ ਕਾਫੀ ਸਾਰੀ ਲੈਂਗੁਏਜ ਨੂੰ ਇਕੱਠਾ ਕਰਕੇ ਫਿਰ ਉਰਦੂ ਬਣਾਈ ਸੀ। ਇਸ ਕਰਕੇ ਅਗਰ ਤੁਸੀਂ ਉਰਦੂ ਬੋਲ ਰਹੇ ਹੋ ਜਾਂ ਹਿੰਦੀ ਬੋਲ ਰਹੇ ਹੋ, अगर तुसी मतलब आसान हिंदी कह रहे हो, जिन्होंने कहते आसान भाषा में बात करें, ठीक है, तो वो फिर जेड़ा है ना सानू फिर उर्दू लगेगी, हिंदी नहीं लगेगी। हिंदी नहीं लगेगी, हिंदी नहीं लगेगी। वैसे हिंदी संस्कृत है जेडी कंप्लीट लैंग्वेज है, कंप्लीट बिल्कुल कंप्लीट लैंग्वेज जेडी है। क्योंकि ਅਸੀਂ ਜਿਹੜੀ 10th ਸਟੈਂਡਰਡ ਤੱਕ ਪੜ੍ਹੇ ਆ ਨਾ, ਤਾਂ ਸਾਨੂੰ ਸੰਸਕ੍ਰਿਤ ਨਾਲ ਪੜਾਈ ਗਈ ਸੀ, ਤਾਂ ਸੰਸਕ੍ਰਿਤ ਅਸੀਂ ਪੜ੍ਹ ਲੈਂਦੇ ਆ, ਲੇਕਿਨ ਕਾਮਨ ਯੂਜ਼ ਵਿੱਚ ਅਸੀਂ ਨਹੀਂ ਆਉਂਦੀ, ਕਿਉਂਕਿ ਅੱਗੇ ਜਿਹੜੀ ਪੜ੍ਹਾਈ ਹੈਗੀ ਹੈ ਉਹ ਸੰਸਕ੍ਰਿਤ ਦਾ ਉਹਦੇ ਚ ਰੋਲ ਨਹੀਂ ਕੋਈ ਵੀ। 10th ਕਲਾਸ ਤੱਕ ਸਾਡਾ ਪੂਰਾ ਸਬਜੈਕਟ ਹੈ 100 ਮਾਰਕਸ ਦਾ ਸੰਸਕ੍ਰਿਤ ਦਾ ਅੱਜ ਵੀ। ਹੁਣ ਥੋੜਾ ਚੇਂਜ ਹੋ ਰਿਹਾ ਹੈ, ਹੁਣ ਜਿਹੜੇ 8th ਤੋਂ ਬਾਅਦ ਹੈ, 8th ਤੋਂ ਬਾਅਦ ਜਿਹੜੀ ਹੈਗੀ ਨਾ, ਹੁਣ ਆਪਸ਼ਨ ਦਿੱਤੀ ਜਾਂਦੀ ਹੈ ਵੀ ਤੁਸੀਂ ਫ੍ਰੈਂਚ ਸਿੱਖਣੀ ਹੈ ਜਾਂ ਸੰਸਕ੍ਰਿਤ ਸਿੱਖਣੀ ਹੈ ਜਾਂ ਯੂਰੋਪੀਅਨ ਲੈਂਗੁਏਜ ਕੋਈ ਸਿੱਖਣੀ ਹੈ, ਕੋਈ ਇੱਕ ਸਬਜੈਕਟ ਲੈ ਸਕਦੇ ਹੋ। ਅੱਛਾ 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 ਅੱਛਾ, ਨਹੀਂ ਸਾਡੇ ਪਹਿਲੇ ਮਤਲਬ ਮੈਨੂੰ ਅੱਛੀ ਤਰ੍ਹਾਂ ਯਾਦ ਆ, ਮੇਰੇ ਸੈਸ਼ਨ 'ਚ ਨਹੀਂ, ਮੇਰੇ ਜਿਹੜੇ ਵੱਡੇ ਕਜ਼ਨ ਵਗੈਰਾ ਪੜ੍ਹਦੇ ਸੀ ਉਹ ਕਹਿੰਦੇ ਸੀ ਅਸੀਂ ਸੰਸਕ੍ਰਿਤ ਪੜ੍ਹ ਰਹੇ ਹਾਂ ਜਾਂ ਪਰਸ਼ੀਅਨ ਪੜ੍ਹਾਈ ਜਾਂਦੀ ਸੀਗੀ। ਪਰਸ਼ੀਅਨ ਤੇ ਹਲੇ ਵੀ ਹੈ, ਅਰੈਬਿਕ ਕੰਪਲਸਰੀ ਹੁਣ ਸਾਡੇ ਉੱਥੇ ਨਾ, ਅਰੈਬਿਕ ਸਾਨੂੰ ਪੜ੍ਹਨੀ ਪੈਂਦੀ ਹੈ। ਕੁਰਾਨ ਤੋਂ ਇਲਾਵਾ ਜਿਹੜੀ ਹੈ ਪਹਿਲੇ ਪੜ੍ਹਾਈ ਜਾਂਦੀ ਸੀਗੀ, ਮੈਨੂੰ ਅੱਛੀ ਤਰ੍ਹਾਂ ਯਾਦ ਹੈ ਕਿ ਸੰਸਕ੍ਰਿਤ ਪੜ੍ਹਾਈ ਜਾਂਦੀ ਸੀ। ਹਾਂਜੀ, ਸੰਸਕ੍ਰਿਤ ਪੜ੍ਹਾਈ ਜਾਂਦੀ ਸੀਗੀ। ਮਤਲਬ ਆਪਾਂ ਉਸ ਟੌਪਿਕ ਤੇ ਵੀ ਜਿਹੜੇ ਅੱਜ ਕੱਲ ਹੁਣ ਨਵਾਂ ਸਿਨੈਰੀਓ ਹੋ ਰਿਹਾ ਕਿ ਵੀ ਬਾਰਡਰ ਤੇ ਵੀ ਥੋੜੀ ਜੀ ਨਰਮੀ ਹੋ ਗਈ ਹੈ, ਕਨਵਰਸੇਸ਼ਨ ਸਟਾਰਟ ਹੋਈ ਹੈ। ਮਤਲਬ ਤੁਹਾਨੂੰ ਕੀ ਲੱਗ ਰਿਹਾ? ਜੇ ਮੈਂ ਮੇਰੀ ਕਹਾਂ ਤਾਂ ਮੈਨੂੰ ਕੁਝ ਪੋਜ਼ਿਟਿਵ ਲੱਗ ਰਿਹਾ ਕਿ ਵੀ ਇਹ ਤਰੀਕਾ ਤਾਂ ਇਹਨਾਂ ਨੂੰ ਅਪਣਾਉਣਾ ਹੀ ਪੈਣਾ। ਦੇਖੋ ਤੁਸੀਂ ਵੀ ਮਾਈਗ੍ਰੇਟਡ ਹੋ, ਅਸੀਂ ਵੀ ਮਾਈਗ੍ਰੇਟਡ ਨਾ, ਠੀਕ ਹੈ, ਸਾਨੂੰ ਸਾਡੀ ਇੱਕ ਨਸਲ ਚਲੀ ਗਈ ਹੈ ਐਸਟੈਬਲਿਸ਼ ਹੁੰਦੇ ਹੁੰਦੇ, ਠੀਕ ਹੈ। ਬਿਲਕੁਲ। ਅੱਜ ਅਗਰ ਤੁਸੀਂ ਕਹੋ ਨਾ ਕਿ ਅਗਰ 47 ਤੋਂ ਪਹਿਲੇ ਜੋ ਸਾਡੀ ਐਸਟੈਬਲਿਸ਼ਮੈਂਟ ਸੀਗੀ, ਅੱਜ ਜਿਵੇਂ ਅਸੀਂ ਐਸਟੈਬਲਿਸ਼ ਸੀਗੇ ਔਰ ਅੱਜ ਵੀ ਉਦਾਂ ਹੀ ਆ, ਨਹੀਂ ਅਸੀਂ ਹੋਏ ਆ ਐਸਟੈਬਲਿਸ਼ ਲਾਈਕ 70-60% ਹੋ ਗਏ ਐਸਟੈਬਲਿਸ਼, ਲੇਕਿਨ ਆਫਟਰ 70 ਈਅਰ, ਠੀਕ ਹੈ। ਤੇ ਸਾਡੀ ਮੇ ਵੀ ਅਗਲੀ ਨਸਲ ਥੋੜੀ ਜਿਹੀ ਹੋਰ ਜ਼ਿਆਦਾ ਹੋ ਜਾਵੇ, ਲੇਕਿਨ ਅਗਰ ਤੁਸੀਂ ਬੈਕ ਟੂ 70 ਸਾਲ ਪਿੱਛੇ ਜਾਓ, ਜੋ ਤੁਹਾਡੇ ਪੇਰੈਂਟਸ ਪਾਕਿਸਤਾਨ 'ਚ ਐਸਟੈਬਲਿਸ਼ ਸਨ, ਜੋ ਇਨਕਮ ਸੀਗੀ ਜਾਂ ਜੋ ਚੀਜ਼ ਸੀਗੀ ਜਾਂ ਜੋ ਸਾਡੇ ਪੇਰੈਂਟਸ ਦੀ ਇੰਡੀਆ 'ਚ ਸੀਗੀ, ਉਹ ਹਾਲੇ ਤੱਕ ਨਹੀਂ ਆਈ ਹੈ। ਸਾਡੀ ਇੱਕ ਨਸਲ ਚਲੀ ਗਈ ਇਸੇ ਚੀਜ਼ ਦੇ ਵਿੱਚ, ਇਸੇ ਝਗੜੇ ਦੇ ਵਿੱਚ ਨਾ,
ठीक है। और वो लोग देखो कुछ लोग ऐसे ने ਜਿਹੜੇ ਇੰਡੀਆ ਤੋਂ ਮਾਈਗ੍ਰੇਟ ਕਰਕੇ ਪਾਕਿਸਤਾਨ ਆਏ ਔਰ ਉਹ ਵੈਲ ਐਸਟੈਬਲਿਸ਼ ਨੇ, ਠੀਕ ਹੈ। ਬਿਲਕੁਲ ਮਤਲਬ ਮੈਂ ਆਪਣੇ ਪਿੰਡ ਦੀ ਗੱਲ ਕਰੂੰਗਾ, ਜੋਧਪੁਰ ਦੀ ਗੱਲ ਕਰੂੰਗਾ, ਜਿੱਥੇ ਕਿ ਸਾਡੀ ਬਰਾਦਰੀ, ਅਸੀਂ ਰਾਜਪੂਤ ਹੈ ਨਾ, ਸਾਡੀ ਬਰਾਦਰੀ ਆਈ ਇੰਡੀਆ ਚੋਂ ਤੇ ਵੈਲ ਐਸਟੈਬਲਿਸ਼ ਹੋ ਗਏ। ਲੇਕਿਨ ਉਹ ਬਜ਼ੁਰਗ ਬੌਰਨ ਐਂਡ ਬ੍ਰੌਟ ਅਪ ਇੰਡੀਅਨ ਸਨ। ਉਹ ਚਾਹੇ ਉਹਨਾਂ ਕੋਲ ਅਰਬਾਂ ਬਿਲੀਅਨ ਰੁਪੀਜ਼ ਸੀਗੇ, ਜੋ ਵੀ, ਉਸ ਦੇ ਬਾਵਜੂਦ ਜਿਹੜਾ ਹੈ ਨਾ, ਉਹਨਾਂ ਦੇ ਚਿਹਰੇ ਤੇ ਪਰੇਸ਼ਾਨੀ ਸੀ। ਮੈਂ ਕਦੇ ਕਦੇ ਇੱਥੇ ਸੁੱਤਾ ਹੋਵਾਂ ਨਾ, ਤੇ ਮੇਰੀ ਵਾਈਫ ਨਾਲ ਇਹ ਗੱਲ ਹੋ ਰਹੀ ਹੁੰਦੀ ਆ ਕਿ ਦੇਖੋ ਯਾਰ, ਅਸੀਂ 15 ਸਾਲ ਹੋ ਗਏ ਬਾਹਰ ਆਏ ਨੂੰ, ਸਾਡੇ ਇੱਕ ਅੱਛੀ ਲਾਈਫ ਗੁਜ਼ਾਰ ਰਹੇ ਹਾਂ। ਅਸੀਂ ਪਾਕਿਸਤਾਨ 'ਚ ਰਹਿੰਦੇ ਹੋਏ ਨਾ ਇਹੋ ਜਿਹੀ ਲਾਈਫ ਕਦੇ ਇਮੈਜਿਨ ਨਹੀਂ ਸੀ ਕਰ ਸਕਦੇ ਕਿ ਅਸੀਂ ਫਰਾਡੋ ਗੱਡੀ ਚਲਾਵਾਂਗੇ, ਅਸੀਂ ਇੱਕ ਅੱਛੀ ਲਾਈਫ, ਅੱਛਾ ਖਾਣਾ, ਅੱਛਾ ਭਰੇਵਾ ਜਿਹਨੂੰ ਕਹਿ ਲਓ, ਸਭ ਚੀਜ਼ ਬਹੁਤ ਅੱਛੀ ਆ। ਮਤਲਬ ਜੋ ਕਿ ਇੱਕ ਕਾਮਨ ਬੰਦਾ ਸੋਚਦਾ ਆਪਣੀ ਲਾਈਫ 'ਚ ਕਿ ਮੈਂ ਯਾਰ ਫਰਾਡੋ ਗੱਡੀ 'ਚ ਬੈਠਾ, ਅਸੀਂ ਬੈਠ ਚੁੱਕੇ ਹਾਂ ਉਹਨਾਂ ਗੱਡੀਆਂ 'ਚ, ਅਸੀਂ ਸਾਰਾ ਕੁਝ ਦੇਖ ਚੁੱਕੇ ਹਾਂ। ਲੇਕਿਨ ਅਸੀਂ ਪਾਕਿਸਤਾਨ ਨੂੰ ਨਹੀਂ ਭੁੱਲ ਪਾ ਰਹੇ। ਹੁਣ ਅਸੀਂ ਨਿਊਜ਼ੀਲੈਂਡ ਆ ਗਏ ਹਾਂ, ਅਸੀਂ ਸਿਟੀਜ਼ਨਸ਼ਿਪ ਲੈ ਲਾਂਗੇ, ਠੀਕ ਹੈ, 2-3 ਸਾਲ ਬਾਅਦ, ਠੀਕ ਹੈ, ਲੇਕਿਨ ਅਸੀਂ ਪਾਕਿਸਤਾਨ ਨੂੰ ਨਹੀਂ ਭੁੱਲ ਪਾਏ। ਹੁਣ ਤੁਸੀਂ ਇਮੈਜਿਨ ਉਹਨਾਂ ਲੋਕਾਂ ਨੂੰ ਕਰੋ ਕਿ ਜਿਹੜੇ ਲੋਕ ਇੰਡੀਆ 'ਚ ਵੈਲ ਐਸਟੈਬਲਿਸ਼ ਸਨ, ਸਡਨਲੀ ਉਹਨਾਂ ਨੂੰ ਰਾਤੋਂ ਰਾਤ ਓਵਰਨਾਈਟ ਪਤਾ ਚੱਲ ਗਿਆ ਕਿ ਯੂ ਹੈਵ ਟੂ ਮੂਵ, ਉਹ ਛੋੜ ਕੇ ਚਲੇ ਗਏ ਔਰ ਦੁਬਾਰਾ ਕਦੇ ਵਾਪਸ ਨਹੀਂ ਆਏ, ਠੀਕ ਹੈ। ਉਹ ਲੋਕ ਬੇਸ਼ੱਕ ਵੈਲ ਐਸਟੈਬਲਿਸ਼ ਹੋ ਗਏ ਪਾਕਿਸਤਾਨ ਦੇ ਵਿੱਚ। ਕਈ ਐਸੇ ਇਮੀਗ੍ਰੈਂਟਸ ਨੇ ਪਾਕਿਸਤਾਨ ਦੇ ਵਿੱਚ ਜਿਹੜੇ ਕਿ ਮੈਂਬਰ ਆਫ ਪਾਰਲੀਮੈਂਟ ਨੇ, ਜਿਨ੍ਹਾਂ ਦੇ ਪੇਰੈਂਟਸ ਅੱਗੋਂ ਉਹਨਾਂ ਦੀ ਨਸਲ ਚੱਲ ਰਹੀ, ਇਦਾਂ ਹੀ ਪੋਲਿਟਿਕਸ ਨੇ, ਕਈ ਇੰਡਸਟਰੀਲਿਸਟ ਬਣ ਗਏ, ਜੋ ਕੁਝ ਵੀ ਬਣ ਗਿਆ। ਲੇਕਿਨ ਉਹਨਾਂ ਦੇ ਚਿਹਰੇ ਤੇ ਇੱਕ ਪਰੇਸ਼ਾਨੀ ਜਿਹੜੀ ਕਿ ਮੈਂ ਖੁਦ ਦੇਖੀ ਹੈ, ਉਹ ਹਮੇਸ਼ਾ ਜਿਵੇਂ ਨਹੀਂ ਇੱਕ ਬੰਦਾ ਪਰੇਸ਼ਾਨ ਹੀ ਰਹਿੰਦਾ, ਕਿਸੇ ਬੰਦੇ ਨੂੰ ਪੈਸੇ ਦੀ ਤੰਗੀ ਹੈ ਤੇ ਉਹ ਪਰੇਸ਼ਾਨ ਹੀ ਰਹੇਗਾ, ਤੇ ਉਹ ਮੈਂ ਪਰੇਸ਼ਾਨੀ ਦੇਖੀ ਹੈ ਕਿ ਉਹ ਲੋਕ ਹਮੇਸ਼ਾ ਇੰਡੀਆ ਨੂੰ ਯਾਦ ਕਰਦੇ ਕਰਦੇ ਮਰ ਗਏ, ਫੌਤ ਹੋ ਗਏ, ਲੇਕਿਨ ਉਹ ਇੰਡੀਆ ਜਾ ਨਹੀਂ ਪਾਏ। ਉਹਦੀ ਕਾਫੀ ਸਾਰੇ ਰੀਜ਼ਨ ਨੇ। ਨੰਬਰ 1, ਉਹ ਪ੍ਰੋਪਰਲੀ ਸਟੈਬਲਿਸ਼ ਨਹੀਂ ਸੀ ਹੋ ਪਾਏ। ਨੰਬਰ 2, ਐਡੇ ਵੈਲ ਐਜੂਕੇਟਡ ਨਹੀਂ ਸੀ। ਨੰਬਰ 3, ਐਡੀ ਅਵੇਅਰਨੈਸ ਨਹੀਂ ਸੀ ਕਿ ਅਸੀਂ ਇੰਡੀਆ 'ਚ ਕਿਵੇਂ ਜਾਈਏ। ਨੰਬਰ 3, ਸਾਡੇ ਮੀਡੀਆ ਨੇ ਇੰਨੀ ਕੁ ਹਾਈਪ ਕ੍ਰੀਏਟ ਕੀਤੀ ਹੋਈ ਦੋਨੋਂ ਸਾਈਡ ਤੇ ਕਿ ਪਤਾ ਨਹੀਂ ਇੰਡੀਆ ਗਏ ਤੇ ਤੁਹਾਨੂੰ ਉਂਝ ਹੀ ਬਾਰਡਰ ਤੇ ਹੀ ਮਾਰ ਦੇਣਾ ਉਹਨਾਂ ਨੇ, ਜਾਂ ਪਾਕਿਸਤਾਨ ਗਏ ਤੇ ਤੁਸੀਂ ਪਾਕਿਸਤਾਨ ਜਾ ਕੇ ਉਂਝ ਹੀ ਮਾਰੇ ਜਾਓਗੇ ਕਿ ਭਾਈ ਕੁਛ ਨਹੀਂ ਬਿਲਕੁਲ ਹੁੰਦਾ ਹੈਗਾ, ਐਗਜ਼ੈਕਟਲੀ ਇਸੇ ਤਰ੍ਹਾਂ ਹੈ। ਅਸੀਂ ਲੋਕਾਂ ਠੀਕ ਨਾਲ ਹੈ। ਗੱਲ ਕਰਨੇ ਵੀ ਤੋ ਸਾਨੂੰ ਵੀ ਕਹਿੰਦੇ ਨੇ ਵੀ ਤੁਸੀਂ ਇਤਨੀ ਗੱਲ ਕਰਦੇ ਹੋ, ਦੇਖਣਾ ਸੰਭਾਲਣਾ। ਮੈਂ ਕਿਹਾ ਯਾਰ ਤੁਸੀਂ ਸਾਡੇ ਨਾਲ ਬਹਿ ਕੇ ਜਦੋਂ ਯਾਰ ਗੱਲ ਕਰੋਗੇ ਨਾ, ਤੁਹਾਨੂੰ ਪਤਾ ਲੱਗੇਗਾ ਵੀ ਕੁਝ ਵੀ ਨਹੀਂ ਹੈਗਾ। ਯਾਰ ਮੈਂ ਹੁਣ ਦੇਖੋ, ਹੁਣ ਜਦੋਂ ਕਰਤਾਰਪੁਰ ਕੋਰੀਡੋਰ ਖੁੱਲਿਆ, ਯਾਰ ਤੁਸੀਂ ਐਜ਼ ਅ ਇੰਡੀਅਨ ਪਾਕਿਸਤਾਨੀ 에ਅਰਪੋਰਟ ਤੇ ਜਾਓ, ਤੁਸੀਂ ਆਪਣਾ ਇੰਡੀਅਨ ਪਾਸਪੋਰਟ ਅੱਗੇ ਕਰੋ। ਉਹ ਤੁਹਾਡਾ ਵੈਲਕਮ ਦੇਖ ਕਿਵੇਂ ਹੁੰਦਾ ਕਿ ਇੱਕ ਇੰਡੀਅਨ ਸਾਡੇ ਕੰਟਰੀ ਦੇ ਵਿੱਚ ਐਜ਼ ਅ ਗੈਸਟ ਆਇਆ। ਔਰ ਸਾਡੀ ਹਿੰਦੀ 'ਚ ਕਹਿੰਦੇ ਸਾਡੀ ਸੰਸਕ੍ਰਿਤੀ ਇਹੀ ਹੈ ਕਿ ਬਈ ਜਿਹੜਾ ਹੈ ਨਾ, ਅਸੀਂ ਮਹਿਮਾਨ ਨੂੰ ਭਗਵਾਨ ਮੰਨਦੇ ਹਾਂ, ਰਾਈਟ, ਜੋ ਇੱਕ ਨਾਰਮਲ ਲੈਂਗੁਏਜ ਬੋਲੀ ਜਾਂਦੀ ਹੈ। ਲੇਕਿਨ ਅਸੀਂ ਉੱਥੇ 14 ਸਾਲ ਮੈਂ ਸਪੈਂਡ ਕੀਤੇ ਨੇ। ਮੈਂ ਰਿਕੁਐਸਟ ਕਰੂੰਗਾ ਮਤਲਬ ਤੁਹਾਡੇ ਥਰੂ, ਤੁਹਾਡੇ ਚੈਨਲ ਤੋਂ, ਕਿ ਮੀਡੀਆ ਨੂੰ ਇੱਕ ਪੋਜ਼ਿਟਿਵ ਕਿਰਦਾਰ ਅਦਾ ਕਰਨਾ ਚਾਹੀਦਾ, ਠੀਕ ਹੈ। ਰਾਦਰ ਦੇਖੋ ਸਾਡਾ ਕਲਚਰ ਜਿਹੜਾ ਹੈ ਨਾ, ਠੀਕ ਹੈ, ਇੰਡੀਆ ਤੋਂ ਅਸੀਂ ਸੈਪਰੇਟ ਹੋਏ ਹਾਂ, ਲੇਕਿਨ ਸਾਡਾ ਕਲਚਰ ਤੇ ਇੰਡੀਅਨ ਹੀ ਹੈ ਨਾ। ਉਹ ਅਸੀਂ ਬਿਲਕੁਲ ਕਿਵੇਂ ਬਿਲਕੁਲ ਚੇਂਜ ਕਰ ਦਈਏ ਇਹ ਕਿ ਸਾਰਾ ਲੈ ਸਬ ਕੇ ਆਈਏ ਕੰਟੀਨੈਂਟ ਗੋਰੇ, ਹੀ। ਜਿਵੇਂ ਇੰਡੀਆ ਤੇ ਅਸੀਂ ਜਿਵੇਂ ਨਿਊਜ਼ੀਲੈਂਡ 'ਚ 74% ਬ੍ਰਿਟਿਸ਼ ਨੇ, ਤੇ ਇਹਨਾਂ ਨੇ ਸਾਰਾ ਕਲਚਰ ਹੀ ਚੇਂਜ ਕਰ ਛੱਡਿਆ। ਜਾਂ ਤੇ ਇਦਾਂ ਹੀ ਗੋਰੇ ਲੈ ਆਈਏ ਉੱਤੇ, ਉਹ ਸਾਡਾ ਸਾਰਾ ਕਲਚਰ ਹੀ ਚੇਂਜ ਕਰ ਦੇਣ, ਫਿਰ ਤੇ ਹੈ ਕੋਈ। ਲੇਕਿਨ 22 ਕਰੋੜ ਆਵਾਮ ਇੰਡੀਅਨ ਹੀ ਹੈ ਉੱਥੇ ਹਲੇ ਵੀ, ਜਿਹੜੀ ਕਿ ਇੰਡੀਆ ਤੋਂ ਸੈਪਰੇਟ ਹੋਈ ਹੈ, ਉਹੀ ਜਨਰੇਸ਼ਨ ਚੱਲ ਰਹੀ ਹੈ, ਤੇ ਉਹ ਫਿਰ ਕਲਚਰ ਅਸੀਂ ਕਿਵੇਂ ਚੇਂਜ ਕਰਾਂਗੇ? ਰਾਹੀਂ ਤੇ ਤੁਹਾਡੇ ਹੋਰ ਵੀ ਦੋਸਤਾਂ ਦੇ ਨਾਲ ਗੱਲ ਕਰਕੇ ਇਹ ਤਾਂ ਜਦੋਂ ਲੱਗਦਾ ਹੈ ਕਿ ਇੰਡੀਆ ਪਾਕਿਸਤਾਨ ਵਿੱਚ ਆਪਸ ਵਿੱਚ ਤਾਂ ਜੋ ਨੋਕ ਝੋਕ ਚਲਦੀ ਹੈ, ਚਲਦੀ ਰਹਿਣੀ ਹੈ। ਲੇਕਿਨ ਜਦੋਂ ਇਹ ਦੋਨੋਂ ਕੰਟਰੀ ਦੇ ਲੋਕ ਬਾਹਰ ਜਾ ਕੇ ਮਿਲਦੇ ਨੇ ਨਾ, ਤਾਂ ਇਹਨਾਂ ਦੇ ਦੋਨਾਂ ਤੋਂ ਵੱਡਾ ਦੋਸਤ ਆਪਸ ਵਿੱਚ ਹੁੰਦਾ। ਮੇਰਾ ਘਰ ਜਿਹੜਾ ਮੈਂ ਲਿਆ ਹੋਇਆ ਨਾ, ਠੀਕ ਹੈ, ਇਹਦਾ ਓਨਰ ਇੰਡੀਅਨ ਹੈ, ਠੀਕ ਹੈ। ਹੁਣ ਡੈਫੀਨੇਟਲੀ ਲੋਕ ਪੁੱਛਦੇ ਨੇ, ਹਾਂਜੀ ਮੈਂ ਤੁਹਾਨੂੰ ਅਗਰ ਰੈਂਟ ਤੇ ਦੇ ਰਿਹਾ, ਤੁਹਾਨੂੰ ਮੈਂ ਪੁੱਛੂੰਗਾ ਤੁਸੀਂ ਸਿਟੀਜ਼ਨ ਹੋ, ਵਰਕ ਵੀਜ਼ੇ ਤੇ ਹੋ, ਕਿੱਥੇ ਹੋ? ਮੈਂ ਉਹਨੂੰ ਦੱਸਿਆ ਕਿ ਮੈਂ ਪਾਕਿਸਤਾਨੀ ਹਾਂ ਤੇ ਮੈਂ ਪਰਮਾਨੈਂਟ ਰੈਜ਼ੀਡੈਂਟ ਇੱਥੋਂ। ਉਹਨੇ ਮੈਨੂੰ ਘਰ ਦਿੱਤਾ ਇੰਡੀਅਨ ਨੇ, ਰੈਂਟ ਤੇ, ਠੀਕ ਹੈ। ਉਹ ਇੰਡੀਅਨ ਹੈ। ਮੇਰੇ ਨਾਲ ਵਾਲੇ ਫਿਰ ਇੰਡੀਅਨ ਨੇ। ਮੇਰੇ ਆਫਿਸ ਦੇ ਵਿੱਚ ਮਤਲਬ ਕੋਈ 40-50% ਇੰਡੀਅਨ ਨੇ, ਠੀਕ। ਅਸੀਂ ਹਾਰਡਲੀ 3 ਜਾਂ 4 ਪਾਕਿਸਤਾਨੀ ਆ ਹੁਣ। ਲੇਕਿਨ ਜਦੋਂ ਕੋਈ ਇੰਡੀਅਨ ਮਿਲਦਾ, ਸਪੈਸ਼ਲੀ ਪੰਜਾਬੀ, ਤੇ ਫਿਰ ਸੇਮ ਕਲਚਰ, ਸੇਮ ਲੈਂਗੁਏਜ ਆ, ਠੀਕ ਹੈ। ਜਾਂ ਦੂਸਰੇ ਹੁਣ ਇੱਕ ਹੈਦਰਾਬਾਦੀ ਨੇ, ਜਾਂ ਗੁਜਰਾਤੀ ਲੋਕ ਇੱਥੇ ਬਹੁਤ ਜ਼ਿਆਦਾ ਨੇ, ਗੱਪਸ਼ਪ ਹੋ ਗਏ, ਠੀਕ ਹੈ, ਤੇ ਚੱਲ ਰਹੀ ਹੁੰਦੀ ਗੱਪਸ਼ਪ ਉਹਨਾਂ ਨਾਲ ਨਾ ਸਾਡੀ, ਠੀਕ ਹੈ। ਬਾਹਰ ਜਾ ਕੇ ਇਹਨਾਂ ਆਪਣੀ ਆਪਸ ਵਿੱਚ ਜਿਹੜੀ ਬਣਦੀ ਹੈ ਨਾ, ਉਹ ਇਸ ਲਈ ਹੁੰਦੀ ਹੈ, ਇੱਕ ਤਾਂ ਕਲਚਰ ਸੇਮ, ਕਲਚਰ, ਹਾਂਜੀ, ਬੋਲੀ ਲਗਭਗ ਸੇਮ। ਹਾਂਜੀ। ਬਾਹਰ ਜਾ ਕੇ ਇਹ ਲੱਗਦਾ ਹੈ ਕਿ ਇਹ ਤਾਂ ਆਪਣਾ ਪੜੋਸੀ ਮੁਲਕ ਨਹੀਂ ਹੈ, ਕਿ ਪੜੋਸੀ ਘਰ ਹੈ।
ਕਾਮਨ ਨੇ ਦੇਖੋ ਨਾ, ਕਾਮਨ ਹੈ ਨਾ ਅਸੀਂ, ਠੀਕ ਹੈ। ਔਰ ਬਿਲਕੁਲ ਮੈਂ ਜਿਹੜੇ ਵੀ ਤੁਹਾਡੇ ਚੈਨਲ ਨੂੰ ਦੇਖਦੇ ਨੇ, ਮੈਂ ਉਹਨਾਂ ਨੂੰ ਵੀ ਇੱਕ ਮੈਸੇਜ ਦੇਣਾ ਚਾਹੂੰਗਾ, ਦੇਖੋ ਤੁਸੀਂ ਪਾਕਿਸਤਾਨ ਆਓ, ਕਿ ਤੁਸੀਂ ਇੰਡੀਆ 'ਚ ਬੈਠ ਕੇ ਗੱਲ ਕਰਦੇ ਹੋ ਕਿ ਪਾਕਿਸਤਾਨ 'ਚ ਪਤਾ ਨਹੀਂ ਸਾਡੇ ਨਾਲ ਕੀ ਹੋ ਜਾਏਗਾ। ਬਈ ਗਏ ਹੋ, ਨਹੀਂ ਗਏ, ਤੇ ਫਿਰ ਤੁਸੀਂ ਕਿਉਂ ਗੱਲ ਕਰ ਰਹੇ ਹੋ? ਮੇਰਾ ਦੋਸਤ ਨੇ ਸਰਦਾਰ ਜੀ ਖੰਨੇ ਤੋਂ, ਅੱਜਕੱਲ ਕੈਨੇਡਾ ਸ਼ਿਫਟ ਹੋ ਗਏ। ਉਸ ਬੰਦੇ ਦੀ ਵਾਈਫ ਆਈ 1 ਮਹੀਨੇ ਲਈ, ਉਸਦੀ ਵਾਈਫ ਕਰਨਾਲ ਦੀ ਸੀਗੀ, ਕਰਨਾਲ ਸਿਟੀ ਦੀ, ਅੱਛਾ ਲੇਕਿਨ ਉਹ ਆਪ ਪੰਜਾਬ ਤੋਂ ਸੀਗਾ। ਤੇ ਉਹਦੀ ਵਾਈਫ ਨਾਲ ਜਦੋਂ ਉਹਦੀ ਵਾਈਫ ਨੂੰ ਮੈਂ ਖੁਦ ਆਪਣਾ ਕਮਰਾ ਦੇ ਛੱਡਿਆ, 1 ਮਹੀਨੇ ਲਈ ਆਈ ਆ ਕਿ ਤੂੰ ਕੀ ਰੂਮ ਅਰੇਂਜ ਕਰਨਾ ਆਪਣਾ ਸਾਰਾ ਕੁਝ ਹੀ, ਇਹ ਮੇਰਾ ਕਮਰਾ ਹੈ, ਮੈਂ ਨਾਲ ਵਾਲੇ ਕਮਰੇ ਸ਼ਿਫਟ ਹੋ ਜਾਣਾ ਵਾ, ਠੀਕ ਹੈ। ਉਹਦੇ ਵਿੱਚ ਮੇਰੇ ਦੋਸਤ ਰਹਿ ਰਹੇ ਸਨ, ਮੈਂ ਉਹਨਾਂ ਨਾਲ ਰਿਹਾ, ਤੁਸੀਂ ਇੱਥੇ ਰਹੋ, ਸਾਡੇ ਨਾਲ ਖਾਓ ਪੀਓ। ਹਾਲਾਂਕਿ ਉਹ ਪਿਓਰਲੀ ਵੈਜੀਟੇਰੀਅਨ ਸੀਗੀ। ਉਹ ਇੱਕ ਜਿਵੇਂ ਕਹਿ ਲਓ ਕਿ ਕੀ ਉਹਨੂੰ ਕਹੋਗੇ ਤੁਸੀਂ, ਤੁਹਾਡੀ ਹਿੰਦੀ ਦੇ ਵਿੱਚ ਕੀ ਕਹਿੰਦੇ ਆ, ਕਿ ਜਿਹੜੇ ਕੁਛ ਨਹੀਂ ਖਾਂਦੇ, ਅੰਡਾ ਜਾਂ ਚਿਕਨ ਮਟਨ ਕੁਝ ਨਹੀਂ ਸੀ ਖਾਂਦੇ, ਹਿੰਦੀ ਚ ਕਹਿੰਦੇ ਨੇ ਸ਼ਾਕਾਹਾਰੀ। ਸ਼ਾਕਾਹਾਰੀ, ਠੀਕ ਹੈ। ਉਹ ਸੀਗੀ, ਹੁਣ ਉਹ ਸਾਡੇ ਨਾਲ ਰਹੀ ਆ, ਉਹ 1 ਮਹੀਨਾ ਸਾਡੇ ਨਾਲ ਰਹਿ ਕੇ ਗਏ ਨੇ। ਉਹਨੇ ਫਿਰ ਮੈਨੂੰ ਦੱਸਿਆ ਕਿ ਅਸੀਂ ਝੰਗ ਤੋਂ ਆਏ ਹੋਏ ਹਾਂ। ਉਹਦੀ ਵਾਈਫ, ਫਿਰ ਉਹਨੇ ਮੇਰੇ ਆਪਣੇ ਫਾਦਰ ਨਾਲ ਗੱਲ ਕਰਾਈ, ਤੇ ਉਹਦੇ ਫਾਦਰ ਚੰਗਵੀ ਜ਼ਬਾਨ ਬੋਲ ਰਹੇ ਸੀਗੇ। ਫਿਰ ਮੇਰੀ ਸ਼ਾਦੀ ਜਿਹੜੀ ਹੋਈ ਆ, ਮੇਰੀ ਸ਼ਾਦੀ ਕਰਨਾਲ ਵਾਲੇ ਜਿਹੜੇ ਇੱਥੋਂ ਕਰਨਾਲ ਤੋਂ ਗਏ ਲੋਕ ਨੇ, ਮੇਰੀ ਉਹਨਾਂ 'ਚ ਸ਼ਾਦੀ ਹੋਈ ਆ। ਤੇ ਉਹ ਜਿਹੜਾ ਹੈ ਨਾ, ਹੁਣ ਉਹ ਸਾਡੇ ਕੋਲ ਰਹੇ 1 ਮਹੀਨਾ ਨਾ, ਹੁਣ ਉਹ ਅਪਾਰਟ ਫਰਮ ਰਿਲੀਜਨ, ਅਪਾਰਟ ਫਰਮ ਇੰਡੀਅਨ ਐਂਡ ਪਾਕਿਸਤਾਨੀ, ਹੁਣ ਅਸੀਂ ਇਸ ਤਰੀਕੇ ਨਾਲ ਰਹੇ ਹਾਂ ਕਿ ਅੱਜ ਵੀ ਸਾਡਾ ਰਾਬਤਾ ਹੈ। ਉਹ ਕੈਨੇਡਾ ਨੇ, ਮੈਂ ਨਿਊਜ਼ੀਲੈਂਡ ਬੈਠਾ ਵਾਂ, ਅੱਜ ਵੀ ਸਾਡਾ ਰਾਬਤਾ ਹੈ, ਠੀਕ ਹੈ। ਹੁਣ ਉਹ ਦੇਖੋ, ਬਲਕਿ ਫਿਰ ਇੱਕ ਹੋਰ ਲੜਕੀ ਹਿਮਾਚਲ ਦੀ ਹੈ, ਉਹਨਾਂ ਦੀ ਕਲਾਸਮੇਟ ਹੈ, ਪੰਜਾਬ ਯੂਨੀਵਰਸਿਟੀ 'ਚੋਂ ਇਕੱਠੇ ਪੜ੍ਹੇ ਨੇ, ਉਹ ਹੁਣ ਇੱਥੇ ਨਿਊਜ਼ੀਲੈਂਡ ਸਟੂਡੈਂਟ ਵੀਜ਼ੇ ਤੇ ਆ, ਠੀਕ ਹੈ। ਹੁਣ ਉਹਨੇ ਮੈਨੂੰ ਉੱਥੋਂ ਫੋਨ ਕਰਨਾ ਕਿ ਯਾਰ ਇਹਦੀ ਜੌਬ ਦਾ ਬੰਦੋਬਸਤ ਕਰ ਦੇ, ਕਿੱਧਰੇ ਕੋਈ ਛੋਟੀ ਮੋਟੀ ਜੌਬ ਲਵਾ ਦੇ, ਕਿਉਂਕਿ ਹਲੇ ਸਟੂਡੈਂਟ ਵੀਜ਼ੇ ਤੇ ਆ, ਠੀਕ ਹੈ, ਜਿਓਲੋਜਿਸਟ ਹੈ। ਹੁਣ ਉਹ ਮੇਰੇ ਘਰ 6 ਵਾਰੀ ਆਈ ਹੈ, ਉਹ ਵੀ ਉਹ ਸ਼ਾਕਾਹਾਰੀ ਹੈ, ਠੀਕ ਹੈ। ਹਰ ਬੰਦੇ ਨੂੰ ਮਜ਼ਹਬ, ਚਾਹੇ ਮੈਂ ਹਿੰਦੂਇਜ਼ਮ ਦੇ ਬਾਰੇ 'ਚ ਇੰਨਾ ਨਹੀਂ ਜਾਣਦਾ, ਤੇ ਮੈਂ ਇਸ ਕਰਕੇ ਕਿਸੇ ਚੀਜ਼ ਨੂੰ ਬਲੇਮ ਨਹੀਂ ਕਰਦਾ, ਗਲਤ ਜਾਂ ਸਹੀ, आई एम नॉट द जज एक्चुअली, ठीक है। ਲੇਕਿਨ ਮੈਂ ਮੁਸਲਮਾਨ ਔਰ ਮੈਂ ਇਸਲਾਮ ਨੂੰ ਪੜ੍ਹਿਆ ਜ਼ਿਆਦਾ, ਤੇ ਮੈਂ ਇਸ ਕਰਕੇ ਇਸਲਾਮ ਇਹ ਚੀਜ਼ਾਂ ਤੋਂ ਨਹੀਂ ਕਹਿੰਦਾ ਹੈਗਾ ਕਿ ਕੁਝ ਇਨਸਾਨੀਅਤ ਵਿੱਚ ਡਿਫਰੈਂਸ਼ੀਏਟ ਕਰੋ, ਕਿ ਮਤਲਬ ਮਜ਼ਹਬ ਨਹੀਂ, ਦੀ। ਇੱਕ ਗੱਲ ਸਮਝੋ ਨਾ, ਜੀ, ਮੰਨ ਲਓ ਮੈਨੂੰ ਨਾ ਪਤਾ ਲੱਗੇ ਤੁਸੀਂ ਕੌਣ ਹੋ, ਹਾਂਜੀ, ਫਿਰ ਤਾਂ ਸਾਰਾ ਕੁਝ ਠੀਕ। ਹਾਂਜੀ, ਜਦੋਂ ਪਤਾ ਲੱਗ ਜਾਏ ਕੌਣ ਹੈ, ਤਾਂ ਹਾਂ, ਮੇਰਾ ਦਿਮਾਗ ਚੇਂਜ ਕਿਉਂ ਹੁੰਦਾ ਹੈ, ਜਾਂ ਤੁਹਾਡਾ ਦਿਮਾਗ ਚੇਂਜ ਨਹੀਂ ਹੋਣਾ ਚਾਹੀਦਾ? ਇਹ ਸਿਸਟਮ ਪਤਾ ਨਹੀਂ ਕਿਉਂ ਵਿਗੜ ਗਿਆ ਸਾਰਾ ਦਾ ਸਾਰਾ। ਹੁਣ ਤੁਸੀਂ ਦੇਖੋ ਨਾ, ਤੁਸੀਂ ਕਿਸੇ ਆਪਣੇ ਬਜ਼ੁਰਗ ਨੂੰ ਪੁੱਛੋ, ਮਤਲਬ ਮੈਂ ਆਪਣੇ ਬਜ਼ੁਰਗਾਂ ਦੀ ਗੱਲ ਕਰੂੰਗਾ। ਮੇਰੀ ਨਾਨੀ ਜਿਹੜੀ ਹੈ, ਮੇਰੇ ਨਾਨਕੇ ਪ੍ਰਭੂ ਵਾਲੇ ਦੇ ਸੀਗੇ ਨਾ, ਤੁਹਾਨੂੰ ਦੱਸਿਆ ਸੀ ਮੈਂ ਅੱਗੇ। ਪ੍ਰਭੂ ਵਾਲਾ, ਹਾਂ। ਹਾਂਜੀ, ਹੁਣ ਉੱਥੇ ਨਾ ਜਿਹੜਾ ਦਲਬੀਰ ਸਿੰਘ ਚੌਧਰੀ ਸੀ ਨਾ, ਜਿਹੜਾ ਉੱਥੇ ਮੇਰੇ ਖਿਆਲ ਮਿਲਟਰੀ ਸੀ ਮੇਰੇ ਨਾਨਾ ਜੀ ਦੇ ਨਾਲ ਨਾ। ਅੱਛਾ, ਇਹ ਨਾ ਦਲਬੀਰ ਸਿੰਘ ਗੁਜ਼ਰ ਗਿਆ। ਉਹ ਹਾਂਜੀ, ਐਮਪੀ ਦਾ ਫਾਦਰ ਸੀ, ਮੈਂਬਰ ਆਫ ਪਾਰਲੀਮੈਂਟ, ਕੁਮਾਰੀ ਸ਼ੈਲਜਾ। ਸ਼ੈਲਜਾ ਕੁਮਾਰੀ ਦਾ ਫਾਦਰ ਸੀ, ਠੀਕ ਹੈ। ਹੁਣ ਉਹ ਨਾ ਮਤਲਬ ਮੈਂ ਆਪਣੇ ਨਾਨਾ ਜੀ ਤੋਂ ਸੁਣਿਆ, ਮੇਰੇ ਨਾਨਾ ਜੀ ਹੁਣੇ 2005-6 ਦੇ ਵਿੱਚ ਡੈਥ ਹੋਈ ਹੈ। ਤੁਸੀਂ ਮੈਨੂੰ ਫੋਟੋ ਭੇਜਿਆ ਸੀ ਉਹਨਾਂ ਦਾ। ਹਾਂਜੀ, ਤੇ ਉਹ ਜਿਹੜਾ ਹੈ ਨਾ, ਉਹ ਮੈਨੂੰ ਦੱਸਦੇ ਸੀਗੇ ਵੀ ਸਾਡਾ ਦਲਬੀਰ ਸਿੰਘ, ਹੁਣ ਸਾਨੂੰ ਕੀ ਪਤਾ ਦਲਬੀਰ ਸਿੰਘ ਕੌਣ ਸੀ, ਮਤਲਬ ਬੱਚੇ ਸੀਗੇ, ਏਡਾ ਸੁਣਿਆ ਤੇ ਨਿਕਲ ਗਿਆ। ਉਹ ਸਲੋਲੀ ਜਦੋਂ ਗੱਲਾਂ ਥੋੜੇ ਜਿਹੇ ਵੱਡੇ ਹੋਏ, ਫਿਰ ਪਤਾ ਲੱਗਾ। ਫਿਰ ਉਹਨਾਂ ਨੇ ਦੱਸਿਆ ਕਿ ਇਹ ਦਲਬੀਰ ਸਿੰਘ ਨਾ, ਸਾਡੀ ਸਾਰੀ ਪ੍ਰਾਪਰਟੀ ਅਸੀਂ ਇਹਨੂੰ ਇਹਦੇ ਹਵਾਲੇ ਕਰ ਗਏ ਸੀਗੇ, ਜਦੋਂ ਅਸੀਂ ਉੱਥੋਂ ਵਾਈਂਡ ਅਪ ਨਿਕਲੇ, ਲੈ ਕੇ ਕੁਝ ਨਹੀਂ ਗਏ। ਦਲਬੀਰ ਸਿੰਘ ਚੌਧਰੀ ਜਿਹੜਾ ਹੈ, ਇਹ ਬਾਰਡਰ ਤੇ ਆਇਆ ਸੀ ਵਾਪਸ ਦੇਣ। ਅੱਛਾ, ਹਾਂ, ਕਿ ਬਾਰਡਰ ਤੇ ਗਿਆ ਸੀ। ਆਈ ਸਟਿਲ ਰਿਮੈਂਬਰ, ਇਹ ਚੀਜ਼ ਮੈਂ ਸੁਣੀ ਆ ਕਿ ਬਾਰਡਰ ਤੱਕ ਗਿਆ, ਔਰ ਇਸ ਬਾਰਡਰ ਤੇ ਫਿਰ, ਲੇਕਿਨ ਕਿਉਂਕਿ ਉੱਥੇ ਮਿਲਟਰੀ ਜਾਂ ਜੋ ਵੀ ਹੈ ਸੀ, ਅਸੀਂ ਉਹ ਮਿਲ ਵੀ ਨਹੀਂ ਪਾਏ। ਮਤਲਬ ਮੇਰੇ ਨਾਨਾ ਜੀ ਦੱਸਦੇ ਕਿ ਇੱਕ ਸਾਈਡ ਤੇ ਉਹ ਸੀਗੇ, ਇੱਕ ਸਾਈਡ ਤੇ ਮੇਰੇ ਨਾਨਾ ਜੀ ਦੇ ਚਾਚਾ ਜੀ ਸਨ। ਉਹ ਦੋਵੇਂ ਆਪਸ 'ਚ ਖੜੇ ਇੱਕ ਦੂਸਰੇ ਨੂੰ ਦੇਖ ਰਹੇ ਸੀ ਤੇ ਰੋ ਰਹੇ ਸੀ, ਲੇਕਿਨ ਮਿਲ ਨਹੀਂ ਸੀ ਸਕੇ। ਮਿਲਟਰੀ ਵਗੈਰਾ ਸੀ, ਨਹੀਂ ਜਾਣ ਦਿੱਤਾ ਜਾਂ ਜੋ ਵੀ ਹੋਇਆ, ਠੀਕ ਹੈ। ਫਿਰ ਉਸ ਤੋਂ ਬਾਅਦ ਉਹ ਲੋਕ ਵਾਪਸ ਕਦੇ ਨਹੀਂ ਮਿਲ ਪਾਏ, ਠੀਕ ਹੈ। ਮੇਰੇ ਨਾਨਾ ਜੀ ਦੀ ਹੁਣ 2005-6 'ਚ ਡੈਥ ਹੋਈ ਹੈ। ਉਸ ਤੋਂ ਬਾਅਦ ਮੇਰੀ ਅੰਮੀ ਜੀ ਦਾ ਚਾਚਾ ਜੀ ਇੱਕ ਆਇਆ ਸੀ 2013 'ਚ ਨਾ, ਮੇਰਾ ਖਿਆਲ ਆ। ਉਹ ਦੱਸਦੇ ਕਿ ਵੀ ਉੱਥੇ ਫਿਰ ਕਾਫੀ ਬੰਦੇ ਇਕੱਠੇ ਹੋ ਗਏ ਪ੍ਰਭੂ ਵਾਲੇ, ਤੇ ਉਹਨਾਂ ਨੇ ਕਿਹਾ ਜੀ 70 ਸਾਲ ਬਾਅਦ ਕੋਈ ਬੰਦਾ ਆਪਣੇ ਮੁਲਕ ਆਪਣੇ ਵਾਪਸ ਆਇਆ, ਜਿੱਥੇ ਉਹ ਪੈਦਾ ਬਰਥ ਪਲੇਸ 'ਚ ਆਇਆ, ਤੇ ਉਹ ਫਿਰ ਰਹਿ ਕੇ ਗਏ, ਕਾਫੀ ਸਾਰਾ ਫਿਰ ਟੁਰ ਕੇ ਗਏ ਇੱਥੇ ਨਾ, ਠੀਕ ਹੈ। ਹੁਣ ਉਹ ਮੈਂ ਤੁਹਾਨੂੰ ਇੱਕ ਦਿਨ ਵੀਡੀਓ ਭੇਜੀ ਸੀ, ਉਹ ਸਾਰਾ ਉੱਥੋਂ ਹਾਈਵੇ ਨਿਕਲ ਗਿਆ। ਤੇ ਹਾਂ, ਮੈਂ ਦਿਖਾਈ, ਮੇਰੇ ਮਾਮਾ ਜੀ ਨੂੰ ਕੱਲੀ ਮੈਂ। ਪੁਰਾਣੇ ਟਾਈਮ ਵਾਲਾ ਵੀਡੀਓ ਵੀ ਮੈਨੂੰ, ਜਗ੍ਹਾ ਵੀ ਮੈਨੂੰ ਧਿਆਨ ਹੈ, ਮੈਂ ਗਿਆ ਸੀ ਪ੍ਰਭੂ ਵਾਲਾ। ਉਸ ਟਾਈਮ ਤੱਕ ਤੁਹਾਡੇ ਨਾਲ ਰਫਤਾ ਨਹੀਂ ਸੀ, ਲੇਕਿਨ ਉਸ ਟਾਈਮ ਹਾਈਵੇ ਨਹੀਂ ਸੀ ਨਿਕਲਿਆ ਹੋਇਆ। ਹੁਣ ਇਹ ਜਿਹੜਾ ਹਾਈਵੇ ਹੈ ਨਾ,
ਹਾਂਜੀ। ਇਹ ਪੰਜਾਬ ਨੂੰ ਕਨੈਕਟ ਕਰਨ ਵਾਸਤੇ ਹੈ ਤੇ ਇਹ ਸਿੱਧਾ ਜੈਪੁਰ ਤੱਕ ਜਾਂਦਾ ਹੈ ਹੁਣ। ਅੱਛਾ ਰਾਜਸਥਾਨ ਜਾ ਰਿਹਾ। ਜਿਸ ਹਾਈਵੇ ਤੋਂ ਹੁਣ ਪ੍ਰਭੂ ਵਾਲਾ ਕਾਊਂਟਿੰਗ ਕਰੋ ਨਾ, ਉੱਥੋਂ ਜੈਪੁਰ ਹੈ ਲਗਭਗ 350 ਕਿਲੋਮੀਟਰ। ਕਿਸੇ ਹਾਈਵੇ ਤੇ ਚੜੇ ਜਾਓ ਸਿੱਧਾ ਜੈਪੁਰ ਪਹੁੰਚੋਗੇ। ਜੈਪੁਰ ਪਹੁੰਚ ਜਾਓ। ਇੰਡੀਆ ਪਾਕਿਸਤਾਨ ਦਾ ਇਹ ਜਿਹੜਾ ਹੈ ਨਾ, ਸਭ ਤੋਂ ਪਲੱਸ ਪੁਆਇੰਟ ਜਿਹੜਾ ਦੋਨਾਂ ਵਾਸਤੇ ਹੈ, ਅਗਰ ਦੋਨਾਂ ਦਾ ਬਿਜ਼ਨਸ ਕਰਨ ਨਾ, ਇਹ ਦੋਨੋਂ ਕੰਟਰੀਜ਼ ਇੱਕ ਦੂਜੇ ਦੇ ਪ੍ਰੋਡਕਟ ਨੂੰ ਯੂਜ਼ ਕਰ ਰਹੀਆਂ ਨੇ, ਲੇਕਿਨ ਕਿਸੇ ਹੋਰ ਰਸਤੇ ਨੂੰ ਘੁਮਾ ਕੇ। ਹਾਂ, ਹੁਣ ਮੈਂ ਤੁਹਾਡੀ ਬੜੀ ਅੱਛੀ ਗੱਲ ਕੀਤੀ ਕਿ ਜਿਵੇਂ ਮੂਵੀਜ਼ ਨੇ ਤੁਹਾਡੀਆਂ ਨਾ, ਵਿੱਚੋਂ ਜੀ ਹੋਇਆ ਸੀ ਕਿ ਮੂਵੀਜ਼ ਚੱਲਣ ਲੱਗ ਗਈਆਂ ਸੀ, ਆਈ ਥਿੰਕ 2000 ਮੁਸ਼ਰਫ ਦੌਰ ਦੇ ਵਿੱਚ, ਜਦੋਂ ਅਟਲ ਬਿਹਾਰੀ ਵਾਜਪਾਈ ਸਾਹਿਬ ਸਨ, ਠੀਕ ਹੈ। ਤੇ ਲੇਕਿਨ ਉਹ ਸ਼ੁਰੂ ਚ ਜਦੋਂ ਅਸੀਂ ਛੋਟੇ ਸੀ ਉਦੋਂ ਸੁਣਿਆ ਸੀ ਮੂਵੀ, ਇੰਡੀਅਨ ਮੂਵੀ ਪਹਿਲੇ ਦੁਬਈ ਜਾਂਦੀ, ਦੁਬਈ ਤੋਂ ਪਾਕਿਸਤਾਨ ਆਉਂਦੀ ਹੈ। ਮਤਲਬ ਉਹ ਕੇਸਟ ਜਿਹੜੀ ਹੁੰਦੀ ਸੀ ਉਹ ਅਸੀਂ ਦੁਬਈ ਤੋਂ ਇੰਪੋਰਟ ਕਰਦੇ ਸੀਗੇ, ਵੀ ਪਾਕਿਸਤਾਨ ਚੋਂ ਦੁਬਈ ਥਰੂ ਦੁਬਈ ਆਉਂਦੀ ਸੀਗੀ, ਠੀਕ ਹੈ। ਲੇਕਿਨ ਮੇਰਾ ਇੱਕ ਦੋਸਤ ਹੈ ਖਾਨੇਵਾਲ ਦੇ ਹੀ, ਉਹ ਮੈਂ ਇੱਕ ਦਿਨ ਕੋਈ ਵੀਡੀਓ ਕਾਲ ਕਰ ਰਿਹਾ ਸੀ ਤੇ ਪਿੱਛੇ ਮੈਂ ਕਿਸੇ ਮੇਰੇ ਆਂਸੀ ਕਿਸੇ ਦੋਸਤ ਮੈਡੀਸਨ ਵਾਲੇ ਦੋਸਤ ਦੀ ਸ਼ੋਪ ਤੇ ਬੈਠਾ ਸੀ, ਪਿੱਛੇ ਹੁਣ ਉਹਨੂੰ ਦਵਾਈਆਂ ਦਿਖ ਰਹੀਆਂ ਸੀ ਪਿੱਛੋਂ। ਹਾਂਜੀ ਕਹਿੰਦੇ ਯਾਰ ਪਿੱਛੇ ਦਵਾਈਆਂ ਕਿੱਥੇ, ਆਪਣੀ ਭਾਸ਼ਾ ਜਿਹਨੇ ਉਹਨੇ ਕਹਿਣਾ ਯਾਰ ਕਿੱਥੇ ਬੈਠਾ ਹੈ, ਮੈਂ ਦਵਾਈਆਂ ਵਾਲੀ ਸ਼ੋਪ ਤੇ ਬੈਠਾ। ਕਹਿੰਦਾ ਯਾਰ ਪੇਟ ਦਰਦ ਹੈ, ਕੋਈ ਦਵਾਈ ਤਾਂ ਪੁੱਛ ਦੇ ਇਹਦੇ ਕੋਲੋਂ। ਉਹਨੂੰ ਮੈਂ ਕਿਹਾ, ਮੈਂ ਕਿਹਾ ਲੈ ਦਵਾਈ ਦੱਸ ਯਾਰ, ਪੇਟ ਦਰਦ ਹੈ। ਉਹਨੇ ਪੁੱਛਿਆ ਕੀ ਖਾਦਾ ਕੀ ਖਾਦਾ, ਉਹਨੂੰ ਦਵਾਈ ਦੱਸੀ, 3 ਦਵਾਈਆਂ ਦੇ ਫੋਟੋ ਭੇਜੇ। ਉਹ ਕਹਿੰਦੇ ਯਾਰ ਸੇਮ ਟੂ ਸੇਮ ਦਵਾਈ ਇੱਥੇ ਮਿਲਦੀ ਹੈ ਯਾਰ, ਸੇਮ ਨਾਮ ਤੋਂ ਮਿਲਦੀ ਪਈ ਹੈ। ਫਿਰ ਉਹਨੂੰ ਅਸੀਂ ਕਿਹਾ ਦਵਾਈ ਤੇ ਪੜ੍ਹੇ ਕੀ ਲਿਖਿਆ ਹੋਇਆ, ਮੇਡ ਇਨ ਕਿੱਥੋਂ, ਉਹ ਲਿਖਿਆ ਹੋਇਆ ਮੇਡ ਇਨ ਇੰਡੀਆ। ਗੱਲ ਬੰਦ ਹੋ ਸਕਦਾ ਹੈ, ਮੈਂ ਇਸੇ ਕਨਵਰਸੇਸ਼ਨ ਨੂੰ ਇੱਥੇ ਹੀ ਐਂਡ ਕਰਾਂਗਾ। ਚਲੋ ਠੀਕ ਹੈ ਜੀ, ਦੁਬਾਰਾ ਮਿਲਦੇ ਹਾਂ, ਕੋਸ਼ਿਸ਼ ਕਰਾਂਗੇ। ਇੰਸ਼ਾਅੱਲਾਹ ਨੈਕਸਟ ਸੰਡੇ ਫਿਰ ਮੁਲਾਕਾਤ ਹੋਏਗੀ, ਠੀਕ ਹੈ ਜੀ। ਠੀਕ ਹੈ ਜੀ, ਠੀਕ ਹੈ ਜੀ। ਬਾਏ ਬਾਏ।